ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਪੁੰਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ, ਦੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰੇ ਪ੍ਰੇਮ ਕੋ ਨਿਕਟ ਬਿਠਾਏ, ਅਬ ਸਮਰੱਥ ਹੁਏ ਬਲ ਪਾਏ। ਕਹੋ ਬੁੱਢਾ ਸ੍ਰੀ ਹਰਿ ਗੋਬਿੰਦ, ਅਬ ਸੁਚੇਤ ਭੇ ਬਲੇ ਬਿਲੰਦ। ਕਰੇ ਪ੍ਰੇਮ ਕੋ ਨਿਕਟ ਬਿਠਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਸਮੁੱਚੀ ਮਨੁੱਖਤਾ ਸਰਬ ਕਾਇਨਾਤ ਦੇ ਰਹਿਬਰ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਸ਼ਬਦ ਬ੍ਰਹਮ, ਸ਼ਬਦਾ ਅਵਤਾਰ ਸਤਿਗੁਰੂ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਗੋਦ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਬਖਸ਼ਿਸ਼ ਪ੍ਰਾਪਤ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਹੋਏ, ਸਤਿਗੁਰਾਂ ਦੇ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਦੇ ਹੋਏ, ਬੜੇ ਪਿਆਰ ਦੇ ਨਾਲ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦਿਨ ਦੇ ਚੌਥੇ ਪਹਿਰ ਸੱਜੇ ਹੋਏ ਦੀਵਾਨ ਦੀ ਹਾਜ਼ਰੀ ਭਰ ਕੇ ਆਪ ਸਾਰੀ ਸੰਗਤ ਬੜੇ ਪਿਆਰ ਦੇ ਨਾਲ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਰਹੇ ਸੋ ਸਾਧ ਸੰਗਤ, ਹੁਣ ਸਮਾਂ ਹੈ ਪਾਵਨ ਗੁਰ ਇਤਿਹਾਸ ਦੀ ਲੜੀਵਾਰ ਕਥਾ ਦੇ ਨਾਲ ਜੁੜਨ ਦਾ, ਜੋ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਆਧਾਰ ਤੇ ਰੋਜ਼ਾਨਾ ਹੀ ਨੇਮ ਤੇ ਪ੍ਰੇਮ ਦੇ ਨਾਲ ਹਾਜ਼ਰੀ ਭਰ ਕੇ ਆਪ ਜੀ ਸਰਵਣ ਕਰਦੇ ਹੋ। ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸਤਿਗੁਰੂ ਪਾਤਸ਼ਾਹ ਮਹਾਰਾਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਬਖਸ਼ਿਸ਼ਾਂ ਵਰਤਾ ਰਹੇ ਸਨ ਕਿ ਇੱਧਰ ਚੰਦੂ ਦੇ ਵੱਲੋਂ ਬਾਦਸ਼ਾਹ ਜਹਾਂਗੀਰ ਦੇ ਕੰਨ ਭਰੇ ਜਾਂਦੇ ਹਨ। ਸਾਜ਼ਿਸ਼ ਰਚ ਕੇ ਖੁਸਰੋ ਦੀ ਬਗਾਵਤ ਦਾ ਝੂਠਾ ਦੋਸ਼ ਲਾ ਕੇ ਇੱਕ ਐਦੀਏ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜੁਰਮਾਨਾ ਲੈਣ ਵਾਸਤੇ ਭੇਜਿਆ ਜਾਂਦਾ ਹੈ।
ਜਿਸ ਵਿੱਚ 2 ਲੱਖ ਦੇ ਕਰੀਬ ਜੁਰਮਾਨੇ ਦਾ ਖਾਸ ਤੌਰ ਤੇ ਇਹ ਜ਼ਿਕਰ ਕੀਤਾ ਗਿਆ ਸੀ। ਇਤਿਹਾਸ ਦਾ ਇਹ ਪ੍ਰਸੰਗ ਆਪ ਜੀ ਸਰਵਣ ਕਰ ਰਹੇ ਸੋ ਕਿ ਜਦੋਂ ਉਹ ਅਹਿਦੀਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦਾ ਹੈ, ਸਤਿਗੁਰਾਂ ਦੇ ਪਾਵਨ ਦਰਸ਼ਨ ਦੀਦਾਰ ਕਰਦਾ ਹੈ, ਤੇ ਜਿਵੇਂ ਚੰਦੂ ਨੇ ਸਿਖਾ ਕਰਕੇ ਭੇਜਿਆ ਸੀ ਖੋਟੇ ਬੋਲ ਬੋਲਣੇ ਐ, ਸਖਤਾਈ ਕਰਨੀ ਹੈ, ਪਰ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਉਹਦੀ ਮਾਨੋਂ ਜਿਹੜੀ ਭੈੜੀ ਮੱਤ ਸੀ, ਮਾੜਾ ਸੁਭਾਅ ਸੀ, ਸਾਰਾ ਦਾ ਸਾਰਾ ਖਤਮ ਹੋ ਗਿਆ। ਉਹ ਸਤਿਗੁਰਾਂ ਦੇ ਚਰਨਾਂ ਤੇ ਆ ਕੇ ਨਮਸਕਾਰ ਕਰਦਾ ਹੈ। ਸਾਰੀ ਚਿੱਠੀ ਸਤਿਗੁਰੂ ਪਾਤਸ਼ਾਹ ਦੇ ਸਾਹਮਣੇ ਖੋਲ੍ਹ ਕੇ ਪੜ੍ਹੀ ਜਾਂਦੀ ਹੈ, ਜਿਸ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਰੀ ਅਵਸਥਾ ਜਾਣਦੇ ਨੇ ਕਿ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ 'ਚ ਇਹ ਕਾਰਜ ਹੋਣਾ ਹੈ। ਜਾਣ ਕੇ ਅਸੀਂ ਸਰੀਰ ਛੱਡਣ ਦਾ ਸਮਾਂ ਆ ਗਿਆ ਹੈ ਤੇ ਸ਼੍ਰੀ ਹਰਗੋਬਿੰਦ ਜੀ ਭਾਰੀ ਗੁਰੂ ਹੋ ਕਰਕੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਣਗੇ। ਉਸ ਅਹਿਦੀਏ ਨੂੰ ਜਿਹੜਾ ਸੁਨੇਹਾ ਲੈ ਕੇ ਆਇਆ ਸੀ ਬਾਦਸ਼ਾਹ ਜਹਾਂਗੀਰ ਦੇ ਵੱਲੋਂ, ਚੰਦੂ ਦੇ ਵੱਲੋਂ ਪ੍ਰੇਰਿਆ ਹੋਇਆ, ਉਹਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਦੇ ਰਾਤ ਰੁਕਣ ਦਾ ਪ੍ਰਬੰਧ ਕਰਦੇ ਆ। ਸਵੇਰੇ ਚੱਲਣ ਤੋਂ ਪਹਿਲਾਂ ਸਤਿਗੁਰਾਂ ਨੂੰ ਸਾਰੀ ਗੱਲਬਾਤ ਦੱਸਦਾ ਹੈ ਕਿ ਸਤਿਗੁਰੂ ਜੀ ਇਹ ਇਸ ਤਰੀਕੇ ਨਾਲ ਦੁਸ਼ਟ ਚੌਂਕੜੀ ਨੇ ਮਿਲ ਕਰਕੇ ਚੰਦੂ ਵਰਗੇ ਪਾਪੀ ਨੇ ਕਿਵੇਂ ਇਹ ਛੜਯੰਤਰ ਰਚਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਉਹਦੇ ਮਨ ਦੀ ਅਵਸਥਾ, ਕਿਉਂਕਿ ਉਹ ਗੁਰੂ ਚਰਨਾਂ ਵਿੱਚ ਝੁੱਕ ਕੇ ਕਹਿੰਦਾ ਮੈਨੂੰ ਆਪਣਾ ਸੇਵਕ ਜਾਣ ਲਓ। ਜਦੋਂ ਸੇਵਕ ਬਣ ਕੇ ਝੁਕਦਾ ਹੈ, ਸਤਿਗੁਰੂ ਪਾਤਸ਼ਾਹ ਉਹਨੂੰ ਸਿਰਪਾਓ ਦੇ ਕੇ ਮਾਣ ਕਰਦੇ ਆ। ਨਾਲ ਇਹ ਗੱਲ ਕਹਿੰਦੇ ਨੇ ਤੁਸੀਂ ਜਾਓ, ਅਸੀਂ ਆਪ ਆ ਕੇ ਬਾਦਸ਼ਾਹ ਨੂੰ ਇਸ ਸੰਬੰਧ ਵਿੱਚ ਮਿਲਣਾ ਕਰਾਂਗੇ। ਦੂਸਰੇ ਪਾਸੇ ਜਦੋਂ ਇਹ ਅਹਿਦੀਆ ਜਾ ਕਰਕੇ ਚੰਦੂ ਨੂੰ ਜਾ ਕੇ ਦੱਸਦਾ ਹੈ ਕਿ ਗੁਰੂ ਸਾਹਿਬ ਨੇ ਆਪ ਆ ਕੇ ਬਾਦਸ਼ਾਹ ਨਾਲ ਗੱਲ ਕਰਨ ਬਾਰੇ ਕਿਹਾ ਹੈ, ਚੰਦੂ ਇਹ ਗੱਲ ਸੁਣ ਕੇ ਬੜਾ ਗੁੱਸੇ ਵਿੱਚ ਈਰਖਾ ਦਾ ਭਰਿਆ ਬਾਦਸ਼ਾਹ ਦੇ ਕੰਨ ਭਰਦਾ ਹੈ ਕਿ ਵੇਖੋ ਤੁਹਾਡੇ ਬੁਲਾਉਣ ਤੇ ਵੀ ਨਹੀਂ ਆਏ ਹੈ, ਉਹਨਾਂ ਦੇ ਮਨ ਵਿੱਚ ਤੁਹਾਡਾ ਰੱਤੀ ਜਿੰਨਾ ਵੀ ਡਰ ਨਹੀਂ ਹੈ, ਉਹਨਾਂ ਨੇ ਹੁਕਮ ਅਦੂਲੀ ਕੀਤੀ ਹੈ। ਤੇ ਬਾਦਸ਼ਾਹ ਵੀ ਅੱਗੋਂ ਆਖਦਾ ਹੈ ਠੀਕ ਹੈ ਭਾਈ, ਕੁਝ ਸਮਾਂ ਉਡੀਕ ਕਰ ਲਵੋ, ਜੇ ਗੁਰੂ ਸਾਹਿਬ ਆਉਂਦੇ ਨੇ ਤੇ ਠੀਕ ਹੈ, ਜੇ ਨਹੀਂ ਤੇ ਫਿਰ ਜਿਵੇਂ ਤੁਹਾਡਾ ਮਨ ਹੋਏਗਾ ਉਸ ਤਰੀਕੇ ਨਾਲ ਕਰ ਲੈਣਾ। ਇੱਧਰ ਅੰਤਰਜਾਮੀ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਘਟ ਘਟ ਦੀ ਜਾਣਨ ਵਾਲੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸ਼ਾਮਾਂ ਦੇ ਵਕਤ ਧੰਨ ਧੰਨ ਬਾਬਾ ਬੁੱਢਾ ਸਾਹਿਬ, ਬਹੁਤ ਸਤਿਕਾਰਯੋਗ ਸ਼ਖਸੀਅਤ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਤੇ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਬੁਲਾਉਂਦੇ ਆ, ਜਿਸ ਸਥਾਨ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਗੁਰਦੁਆਰਾ ਕੋਠਾ ਸਾਹਿਬ, ਜਿੱਥੇ ਰਾਤ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ਾਹੀ ਸਵਾਰਾ ਜਿਸ ਵਕਤ ਜਾਂਦਾ ਹੈ ਤੇ ਸੁਖਾਸਨ ਹੁੰਦਾ ਹੈ, ਉਸ ਅਸਥਾਨ ਤੇ ਗੁਰਦੁਆਰਾ ਕੋਠਾ ਸਾਹਿਬ ਦੇ ਅਸਥਾਨ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਿਰਾਜਮਾਨ ਨੇ। ਨਾਲ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ, ਸ਼੍ਰੀ ਹਰਗੋਬਿੰਦ ਜੀ ਮਹਾਰਾਜ ਉੱਥੇ ਬਿਰਾਜਮਾਨ ਨੇ। ਕਿਵੇਂ ਸਤਿਗੁਰੂ ਪਾਤਸ਼ਾਹ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਸੰਬੋਧਨ ਹੋ ਕਰਕੇ ਅਗਲੀ ਗੱਲਬਾਤ ਕਰਦੇ ਹੈ, ਇਹ ਪ੍ਰਸੰਗ ਆਪਾਂ ਸਾਰਿਆਂ ਨੇ ਬੜੇ ਪਿਆਰ ਨਾਲ ਸਰਵਣ ਕਰਨਾ ਹੈ। ਆਓ ਇਤਿਹਾਸ ਦੀ ਵਾਰਤਾ ਨਾਲ ਜੁੜਨ ਤੋਂ ਪਹਿਲਾਂ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਟਿਕਾਈਏ। ਜਿੰਨੀ ਸੰਗਤ ਗੁਰੂ ਕੇ ਚਰਨਾਂ ਵਿੱਚ ਦੀਵਾਨ ਹਾਲ ਦੇ ਅੰਦਰ ਸੁਸ਼ੋਭਤ ਹੈ ਜਾਂ ਦੇਸ਼ ਵਿਦੇਸ਼ ਤੋਂ ਸਾਰੀ ਸੰਗਤ ਬੜੇ ਪਿਆਰ ਦੇ ਨਾਲ ਹਾਜ਼ਰੀਆਂ ਲਵਾ ਰਹੀ ਹੈ, ਮਨ ਬਿਰਤੀਆਂ ਟਿਕਾਉਂਦਿਆਂ ਰਸਨਾ ਤੋਂ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਰੇ ਪ੍ਰੇਮ ਕੋ ਨਿਕਟ ਬਿਠਾਈ। ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜੇ ਪਿਆਰ ਦੇ ਸਹਿਤ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ ਤੇ ਸ਼੍ਰੀ ਹਰਗੋਬਿੰਦ ਜੀ ਨੂੰ ਕੋਲ ਬੁਲਾ ਕੇ ਬੜੇ ਸਤਿਕਾਰ ਸਹਿਤ ਪ੍ਰੇਮ ਦੇ ਨਾਲ ਆਪਣੇ ਕੋਲ ਬਿਠਾਉਣਾ ਕੀਤਾ ਹੈ। ਆਪ ਸਮਰੱਥ ਹੋਏ ਬਲ ਪਾਏ। ਤੇ ਫਿਰ ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਵੱਲ ਮੁੱਖ ਕਰਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਵੇਖੋ ਹੁਣ ਤੇ ਸਾਰੇ ਪਾਸੇ ਤੋਂ ਸਮਰੱਥ ਹੋ ਗਏ ਨੇ, ਹਰ ਤਰੀਕੇ ਦਾ ਬਲ ਇਹਨਾਂ ਨੇ ਪ੍ਰਾਪਤ ਕਰ ਲਿਆ ਹੈ। ਇਸ ਤਰੀਕੇ ਨੂੰ ਸੰਬੋਧਨ ਕਰਦੇ ਹਨ ਬਾਬਾ ਬੁੱਢਾ ਸ੍ਰੀ ਹਰਗੋਬਿੰਦ। ਕਿੰਨਾ ਵਾਸਤੇ ਕਹਿ ਰਹੇ ਨੇ? ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਨੇ ਸ਼੍ਰੀ ਹਰਗੋਬਿੰਦ ਜੀ, ਤੁਸੀਂ ਦੱਸੋ। ਹਾਂ, ਬਾਬਾ ਬੁੱਢਾ ਸਾਹਿਬ ਨੂੰ ਬੜੇ ਪਿਆਰ ਨਾਲ ਕਹਿੰਦੇ ਨੇ ਪੰਜਵੇਂ ਪਾਤਸ਼ਾਹ ਕਿ ਵੇਖੋ ਹੁਣ ਹਰ ਤਰੀਕੇ ਨਾਲ ਸਮਰੱਥ ਹੋ ਗਏ ਨੇ, ਸਾਰੇ ਤਨ ਕਰਕੇ ਮਨ ਕਰਕੇ ਹਰ ਤਰੀਕੇ ਦੀ ਤਾਕਤ ਵਿੱਚ ਸੰਪੂਰਨ ਹੋ ਗਏ ਹਨ,
ਤੇ ਹੁਣ ਤੁਸੀਂ ਇਹਨਾਂ ਬਾਰੇ ਦੱਸਣਾ ਕਰੋ। ਅਬ ਸੁਚੇਤ ਭੇ ਬਲੇ ਬਿਲੰਦ। ਜਿੱਥੇ ਵੱਡੇ ਬਲਵਾਨ ਹੋ ਗਏ ਨੇ, ਹਰ ਤਰੀਕੇ ਨਾਲ ਚੇਤਨ ਸੁਚੇਤ ਹੋ ਗਏ ਹਨ ਸ਼੍ਰੀ ਹਰਗੋਬਿੰਦ ਜੀ। ਗੁਰਤਾ ਗਾਦੀ ਬੈਠਣ ਜੋਗ। ਕਿ ਇਉਂ ਲੱਗਦਾ ਹੈ ਕਿ ਜਿਵੇਂ ਹੁਣ ਗੁਰਤਾ ਗਾਦੀ ਬੈਠਣ ਦੇ ਇਹ ਹਰ ਪੱਖ ਤੋਂ ਯੋਗ ਹੋ ਗਏ ਨੇ, ਭਾਵ ਇਹਨਾਂ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕਰ ਦੇਣਾ ਚਾਹੀਦਾ ਹੈ। ਦੇਹਾਂ ਦੁਸ਼ਟਣ ਕੇ ਘਰ ਸੋਗ। ਕਿ ਜੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਣਗੇ, ਭਾਰੀ ਗੁਰੂ ਹੋ ਕਰਕੇ ਬਿਰਾਜਮਾਨ ਹੋਣਗੇ, ਤੇ ਜ਼ਾਲਮਾਂ ਤੇ ਪਾਪੀ ਜਿਹੜੇ ਗੁਰੂ ਨਾਨਕ ਦੇ ਘਰ ਦੇ ਖਿਲਾਫ ਸਾਜ਼ਿਸ਼ਾਂ ਘੜਦੇ ਨੇ, ਉਹਨਾਂ ਦੁਸ਼ਟਾਂ ਦਾ ਸੋਧਾ ਲਾ ਕੇ, ਭਾਵ ਉਹਨਾਂ ਦੇ ਘਰ ਦੇ ਵਿੱਚ ਇਸ ਤਰੀਕੇ ਦੀ ਦੁਸ਼ਟਤਾਈ ਜਿਹੜੇ ਕਰਨ ਵਾਲੇ ਨੇ ਉਹ ਦੁਸ਼ਟਤਾਈ ਖਤਮ ਕਰ ਦੇਣਗੇ, ਉਹਨਾਂ ਨੂੰ ਸਿੱਧੇ ਰਸਤੇ ਪਾਉਣਗੇ। ਬਿਰਧ ਨੇ ਭਾਖਿਓ ਜੋਤ ਤੁਮਾਰੀ। ਅੱਗੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੜੇ ਪਿਆਰ ਦੇ ਨਾਲ ਸੱਜੇ ਹੋਏ ਹਨ, ਤੇ ਹੱਥ ਜੋੜ ਕੇ ਪਿਆਰ ਨਾਲ ਕਹਿੰਦੇ ਨੇ ਕਿ ਗਰੀਬ ਨਵਾਜ ਸਤਿਗੁਰੂ, ਇਹ ਤੇ ਤੁਹਾਡਾ ਹੀ ਸਵਰੂਪ ਹਨ, ਤੁਹਾਡੇ ਤੋਂ ਕਿਸੇ ਪ੍ਰਕਾਰ ਨਾਲ ਵੱਖਰੇ ਨਹੀਂ ਹਨ। ਹੋਏ ਵੀਰ ਬੜ ਆਜੁਦ ਧਾਰੇ। ਕਿ ਜਿੱਥੇ ਇਹ ਸ਼ਸਤਰਾਂ ਦੇ ਧਾਰਨ ਕਰਕੇ ਮਹਾਨ ਯੋਧੇ ਤੇ ਬਲਵਾਨ ਸੂਰਮੇ ਹੋ ਗਏ ਹਨ। ਸ਼ਤਰਨ ਕੁਲ ਤੇ ਯੁੱਧ ਹਟਿਓ ਹੈ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਵੇਂ ਛਤਰੀਆਂ ਦੀ ਕੁੱਲ ਹੈ, ਛਤਰੀਆਂ ਦਾ ਕੰਮ ਸੀ ਸ਼ਸਤਰ ਧਾਰਨ ਕਰਨਾ, ਪਰ ਉਹਨਾਂ ਨੇ ਸ਼ਸਤਰ ਧਾਰਨ ਕਰਨਾ, ਯੁੱਧ ਕਰਨਾ, ਇਹ ਜਿਹੜੀ ਵੀਰ ਗਤੀ ਵਾਲੇ ਕਾਰਜ ਸੀ ਉਹ ਕਰਨੇ ਛੱਡ ਦਿੱਤੇ ਹੋਏ ਹਨ। ਰਾਜ ਤੇਜ ਕੋ ਸਕਲ ਘਟਿਓ ਹੈ। ਇਸ ਤਰੀਕੇ ਦੇ ਨਾਲ ਆਪਣਾ ਧਰਮ ਛੱਡਣ ਕਰਕੇ, ਛਤਰੀਆਂ ਦੇ ਵੱਲੋਂ ਸ਼ਸਤਰ ਨਾ ਧਾਰਨ ਕਰਨ ਕਰਕੇ ਉਹਨਾਂ ਵੱਲੋਂ ਤੇਜ ਪ੍ਰਤਾਪ ਜਿਹੜਾ ਰਾਜ ਦਾ ਸੀ ਉਹ ਸਾਰਾ ਘਟ ਗਿਆ ਹੈ। ਗੁਰੂ ਕੀ ਪਿਆਰ ਵਾਲੀ ਸਾਧ ਸੰਗਤ ਚੇਤੇ ਰੱਖਣਾ, ਗੁਰੂ ਨਾਨਕ ਦੇ ਘਰ ਵਿੱਚ ਜਦੋਂ ਇਹ ਪੱਖ ਵਿਚਾਰੇ ਜਾਂਦੇ ਨੇ, ਇੱਥੇ ਜਨਮ ਕਰਕੇ ਕਿਸੇ ਨਾਲ ਜਾਤ ਗੋਤ ਦਾ ਸੰਬੰਧ ਨਹੀਂ ਹੋਇਆ ਕਰਦਾ। ਇਹ ਕੇਵਲ ਪਹਿਚਾਣ ਮਾਤਰ ਇਸ ਰੂਪ ਨੇ, ਜਿਵੇਂ ਗੁਰੂ ਨਾਨਕ ਦੇ ਘਰ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ 4 ਵਰਨ 1 ਵਰਨ ਕਰਾਇਆ। ਸਿੱਖ ਹਰ ਪੱਖ ਤੋਂ ਸੰਪੂਰਨ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ। ਕਿ ਜਦੋਂ ਇਹ ਅਸਲ ਦੇ ਵਿੱਚ ਭਗਤ ਕਬੀਰ ਜੀ ਦੇ ਬਚਨਾਂ ਅਨੁਸਾਰ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਜੋ ਬ੍ਰਹਮ ਦੀ ਵਿਚਾਰ ਕਰਦਾ ਹੈ ਉਹ ਕਿਸੇ ਵੀ ਪਰਿਵਾਰ ਵਿੱਚੋਂ ਸੰਬੰਧ ਤੋਂ, ਭਾਵੇਂ ਉਹ ਚਮੜੇ ਦਾ ਕੰਮ ਕਰਨ ਵਾਲਾ ਹੋਵੇ, ਭਾਵੇਂ ਜੁਲਾਹੇ ਦਾ ਕੰਮ ਕਰਨ ਵਾਲਾ ਹੋਵੇ, ਕਿਸੇ ਵੀ ਕਿੱਤੇ ਨਾਲ ਸੰਬੰਧਿਤ ਕਿਉਂ ਨਾ ਹੋਵੇ, ਜਿਹੜਾ ਬ੍ਰਹਮ ਦੀ ਵਿਚਾਰ ਨਾਲ ਜੁੜਿਆ, ਗੁਰੂ ਨਾਨਕ ਦੇ ਘਰ ਵਿੱਚ ਉਹਨੂੰ ਬ੍ਰਾਹਮਣ ਕਹਿ ਕੇ ਸਤਿਕਾਰ ਦਿੱਤਾ ਗਿਆ। ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਇਸੇ ਤਰ੍ਹਾਂ ਸ਼ਸਤਰਾਂ ਦਾ ਅਭਿਆਸ ਕਰਕੇ ਸ਼ਸਤਰਧਾਰੀ ਹੋਣਾ ਇਹ ਛਤਰੀ ਅਖਵਾਉਂਦਾ ਹੈ। ਕਿਰਤ ਕਰਨੀ, ਵਪਾਰ ਕਰਨਾ ਇਹ ਵੈਸ਼ ਦਾ ਕੰਮ ਸੀ, ਤੇ ਸ਼ੂਦਰ ਜਿਹਨੂੰ ਕਿਹਾ ਗਿਆ ਉਹ ਸੇਵਾ ਕਰਦਾ ਸੀ ਨਿਸਵਾਰਥ ਭਾਵਨਾ ਨਾਲ। ਬਾਬੇ ਨਾਨਕ ਨੇ ਉਲਟਾ ਖੇਲ ਕਰ ਦਿੱਤਾ, ਪੈਰਾਂ ਉੱਪਰ ਸੀਸ ਨਿਵਾਇਆ, ਕਿ ਜਿਹਨੂੰ ਸੇਵਾ ਕਰਨ ਵਾਲੇ ਨੂੰ ਨੀਵਾਂ ਸਮਝਿਆ ਜਾਂਦਾ ਸੀ ਉਹ ਸੇਵਾ ਕਰਨ ਵਾਲੇ ਨੂੰ ਸਭ ਤੋਂ ਉੱਚਾ ਕਰ ਦਿੱਤਾ। ਇਸ ਤਰੀਕੇ ਦੇ ਨਾਲ ਕਿਰਤ ਕਰਨੀ ਵੀ ਸਿਖਾਈ, ਸ਼ਸਤਰਾਂ ਦੇ ਨਾਲ ਪਿਆਰ ਕਰਨਾ ਵੀ ਇਸ ਘਰ ਦੇ ਵਿੱਚ ਸਿਖਾਇਆ ਗਿਆ। ਪਰ ਸ਼ਸਤਰ ਕਿਵੇਂ ਧਾਰਨ ਕਰਨੇ ਆ ਇਹ ਗੁਰੂ ਨਾਨਕ ਨੇ ਘਰ ਨੇ ਹੀ ਦੁਨੀਆ ਨੂੰ ਸਹੀ ਮਾਇਨੇ ਵਿੱਚ ਸਿਖਾਇਆ ਕਿ ਸ਼ਸਤਰ ਕਿਹਦੇ ਹੱਥ ਵਿੱਚ ਹੋਣ। ਇਹ ਆਉਣ ਵਾਲੇ ਦੀਵਾਨਾਂ ਵਿੱਚ ਇਹ ਸਾਰੇ ਪ੍ਰਸੰਗ ਬੜੇ ਪਿਆਰ ਨਾਲ ਸਰਵਣ ਕਰਨ ਵਾਲੇ ਹਨ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਪੰਜਵੇਂ ਪਾਤਸ਼ਾਹ ਜਦੋਂ ਬਾਬਾ ਬੁੱਢਾ ਸਾਹਿਬ ਨੂੰ ਇਹ ਗੱਲ ਕਹਿੰਦੇ ਨੇ ਕਿ ਸ਼੍ਰੀ ਹਰਗੋਬਿੰਦ ਜੀ ਹਰ ਪੱਖ ਤੋਂ ਯੋਗ ਹੋ ਗਏ ਹਨ, ਤੇ ਅੱਗੋਂ ਬਾਬਾ ਬੁੱਢਾ ਸਾਹਿਬ ਸਾਰੀ ਗੱਲ ਕਰਦੇ ਨੇ ਕਿ ਇਹ ਤੇ ਤੁਹਾਡਾ ਸਰੂਪ ਨੇ, ਸ਼ਸਤਰ ਧਾਰਨ ਕੀਤੇ ਨੇ। ਪੁਰਾਣੇ ਸਮੇਂ ਤੋਂ ਜਿਵੇਂ ਛਤਰੀਆਂ ਨੇ ਇਹ ਸ਼ਸਤਰ ਧਾਰਨ ਕਰਨੇ ਛੱਡ ਦਿੱਤੇ ਸੀ, ਜਿਸ ਕਰਕੇ ਰਾਜ ਤੇਜ ਪ੍ਰਤਾਪ ਸਾਰਿਆਂ ਦਾ ਇਹ ਘਟ ਗਿਆ ਸੀ। ਭਏ ਮਲੇਸ਼ ਸ਼ਸਤਰ ਬੜ ਧਾਰੀ। ਕਿਉਂਕਿ ਇਸ ਦੇਸ਼ ਦੇ ਵਿੱਚ ਸ਼ਸਤਰਾਂ ਨਾਲ ਜਿੱਥੇ ਨਫ਼ਰਤ ਹੋਣ ਲੱਗ ਪਈ, ਸ਼ਸਤਰਾਂ ਨੂੰ ਜਿਸ ਤਰੀਕੇ ਨਾਲ ਤਿਆਗਣਾ ਸ਼ੁਰੂ ਕਰ ਦਿੱਤਾ। ਅਸਲ ਵਿੱਚ ਸ਼ਸਤਰ ਕੋਈ ਮਾੜਾ ਨਹੀਂ, ਸ਼ਸਤਰ ਦੀ ਵਰਤੋਂ ਚੰਗੀ ਜਾਂ ਮਾੜੀ ਹੋ ਸਕਦੀ। ਮਾੜੇ ਬੰਦੇ ਦੇ ਹੱਥ ਵਿੱਚ ਸ਼ਸਤਰ ਚੱਲ ਜਾਵੇ ਉਹ ਤੇ ਜ਼ੁਲਮ ਕਰਦਾ ਹੈ, ਅਤਿਆਚਾਰ ਕਰਦਾ ਹੈ, ਪਰ ਧਰਮਾਤਮਾ ਦੇ ਹੱਥ ਵਿੱਚ ਸ਼ਸਤਰ ਪਹੁੰਚ ਜਾਏ ਉਹ ਸ਼ਸਤਰ ਪਰਉਪਕਾਰ ਵਾਸਤੇ ਵਰਤਿਆ ਜਾਂਦਾ। ਇਸੇ ਤਰ੍ਹਾਂ ਬਾਬਾ ਬੁੱਢਾ ਸਾਹਿਬ ਕਹਿੰਦੇ ਨੇ ਕਿ ਮਾੜੀ ਬਿਰਤੀ ਵਾਲੇ ਲੋਕਾਂ ਨੇ ਆਪਣੇ ਹੱਥ ਵਿੱਚ ਜਦੋਂ ਸ਼ਸਤਰ ਧਾਰਨ ਕਰ ਲਿਆ ਸੀ, ਕਰਹਿ ਰਾਜ ਬੜ ਅਵਨੀ ਸਾਰੀ। ਉਹਨਾਂ ਜ਼ਾਲਮਾਂ ਨੇ ਮਾੜੀ ਬਿਰਤੀ ਦੇ ਧਾਰਨੀ ਹੋ ਕਰਕੇ ਜਿੱਥੇ ਜ਼ੁਲਮ ਕੀਤਾ ਹੈ, ਲੋਕਾਂ ਤੇ ਅਤਿਆਚਾਰ ਕੀਤਾ, ਜਿਨ੍ਹਾਂ ਵਿੱਚੋਂ ਇਹ ਤੁਰਕ ਹਾਕਮ ਬਣ ਕੇ ਆਉਂਦੇ ਰਹੇ, ਧੀਆਂ ਭੈਣਾਂ ਦਾ ਅਪਮਾਨ ਕਰਦੇ ਰਹੇ, ਲੋਕਾਂ ਦਾ ਘਰ ਲੁੱਟਦੇ ਰਹੇ, ਜ਼ੁਲਮ ਕਰਦੇ ਰਹੇ, ਤੇ ਇਸ ਤਰ੍ਹਾਂ ਇਹਨਾਂ ਮਲੇਸ਼ਾਂ ਤੇ ਪਾਪੀਆਂ ਨੇ ਸ਼ਸਤਰ ਧਾਰਨ ਕਰਕੇ
ਧਰਤੀ ਤੇ ਜ਼ੁਲਮ ਦਾ ਬਹੁਤ ਵੱਡਾ ਰਾਜ ਜਿਹੜਾ ਸੀ ਇਹਨਾਂ ਕਾਇਮ ਕਰ ਲਿਆ ਸੀ। ਛਤਰੀ ਧਰਮ ਅੰਦਰਿਓ ਨਹਿ ਭਾਸਾ। ਪਰ ਜਿਨ੍ਹਾਂ ਦਾ ਕੰਮ ਸੀ ਸ਼ਸਤਰ ਧਾਰਨ ਕਰਕੇ ਮੁਕਾਬਲਾ ਕਰਨਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਉਹਨਾਂ ਦਾ ਜ਼ਿਕਰ ਕੀਤਾ ਕਿ ਉਹ ਲੋਕਾਂ ਦੀ ਹਾਲਤ ਤੇ ਐਸੀ ਬਣ ਗਈ ਕਿ ਜਦੋਂ ਸ਼ਸਤਰ ਧਾਰਨ ਕਰਨੇ ਸੀ ਉਹ ਤਾਂ ਜੰਤਰਾਂ ਮੰਤਰਾਂ ਤੰਤਰਾਂ ਦੇ ਸਹਾਰੇ ਬੈਠੇ ਹੋਏ ਸਨ। ਸ਼ਸਤਰ ਚਲਾਉਣ ਦੀ ਅਭਿਆਸ ਕਰਨ ਦੀ ਜਦੋਂ ਵਾਰੀ ਸੀ ਉਦੋਂ ਉਹ ਸ਼ਾਹਾਂ ਸੁਰਤ ਗਵਾਈਆਂ, ਰੰਗ ਤਮਾਸ਼ੇ ਚਾਏ। ਫਿਰ ਬਾਬਰਵਾਣੀ ਫਿਰ ਗਈ, ਕੋਇਹਰ ਨਾ ਰੋਟੀ ਖਾਏ। ਫਿਰ ਇਹ ਕਲਾ ਵਰਤੀ ਹੈ ਕਿਉਂਕਿ ਜਦੋਂ ਅਭਿਆਸ ਕਰਨਾ ਸੀ ਉਦੋਂ ਰੰਗ ਤਮਾਸ਼ਿਆਂ ਵਿੱਚ ਖੱਚਤ ਰਹੇ, ਉਦੋਂ ਸ਼ਸਤਰਾਂ ਦਾ ਅਭਿਆਸ ਨਹੀਂ ਕੀਤਾ। ਤੇ ਜਦੋਂ ਫਿਰ ਬਾਬਰ ਚੜ੍ਹ ਕੇ ਆਇਆ ਫਿਰ ਉਹਨੀ ਤੁਪਕ ਤਾਣ ਚਲਾਈ, ਉਹਨੀ ਹਸਤ ਚੜਾਈ। ਇਹਨਾਂ ਦੇ ਹੱਥ ਵਿੱਚ ਹੀ ਫੁੱਲ ਝੜੀਆਂ ਵਰਗੋ ਸ਼ਸਤਰ ਚੱਲਦੇ, ਉਹ ਤੋਪਾਂ ਤਾਣ ਤਾਣ ਕੇ ਇਹਨਾਂ ਦਾ ਘਾਣ ਕਰਦਾ। ਇਹਦਾ ਭਾਵ ਕਿ ਜਿਨ੍ਹਾਂ ਦਾ ਕੰਮ ਸੀ ਸ਼ਸਤਰ ਧਾਰਨ ਕਰਕੇ, ਸੂਰਮਗਤੀ ਵਿਖਾ ਕੇ ਜ਼ੁਲਮ ਦਾ ਨਾਸ਼ ਕਰਨਾ, ਟਾਕਰਾ ਕਰਨਾ, ਉਹਨਾਂ ਨੇ ਆਪਣਾ ਧਰਮ ਜਿਹੜਾ ਸੀ ਸ਼ਸਤਰ ਧਾਰਨ ਕਰਨ ਵਾਲਾ ਛੱਡ ਦਿੱਤਾ ਸੀ। ਤਖਤ ਬੈਠ ਅਬ ਇਹੀ ਪ੍ਰਕਾਸ਼ਾ। ਹੁਣ ਇਹ 6ਵੇਂ ਜਾਮੇ ਦੇ ਵਿੱਚ ਭਾਵ ਸ਼੍ਰੀ ਹਰਗੋਬਿੰਦ ਜੀ ਤਖਤ ਤੇ ਬੈਠ ਕੇ ਸ਼ਸਤਰ ਨੂੰ ਕਿਵੇਂ ਧਾਰਨ ਕਰਨਾ ਹੈ, ਇਹਦੀ ਕੀ ਮਰਿਆਦਾ ਹੈ, ਇਹ ਇਸ ਗੱਲ ਨੂੰ ਪ੍ਰਕਾਸ਼ਿਤ ਕਰਨਗੇ ਜਗਤ ਵਿੱਚ। ਜਬ ਗਬ ਜਗਤ ਵਿਪਰਜੈ ਹੋਤ। ਸਤਿਗੁਰੂ ਜੀ ਇਹ ਤੇ ਸ਼ੁਰੂ ਤੋਂ ਹੀ ਹੁੰਦਾ ਹੋ ਰਿਹਾ ਹੈ। ਜਦੋਂ ਤੋਂ ਇਹ ਜਗਤ ਤੇ ਸੰਸਾਰ ਰਚਿਆ ਹੈ, ਸੰਸਾਰ ਦੇ ਅੰਦਰ ਜਦੋਂ ਵੀ ਕੋਈ ਮਾੜਾ ਕੰਮ ਹੁੰਦਾ ਹੈ, ਧਰਮ ਤੋਂ ਉਲਟ ਜਦੋਂ ਵੀ ਕੋਈ ਮਾੜਾ ਕਰਮ ਹੋਇਆ ਹੈ, ਤੁਮ ਤਨ ਧਾਰ ਮਿਰਜਾ ਦਿਓ ਦੋਤ। ਜਦੋਂ ਲੋਕ ਧਰਮ ਦਾ ਰਾਹ ਛੱਡ ਕੇ ਅਧਰਮ ਦੇ ਰਾਹ ਤੇ ਤੁਰ ਪਏ, ਸੱਚ ਨੂੰ ਛੱਡ ਕੇ ਝੂਠ ਵਾਲੇ ਪਾਸੇ ਤੁਰ ਪਏ, ਤੇ ਜਿੱਥੇ ਸੇਵਾ ਤੇ ਸਿਮਰਨ ਦਾ ਰਾਹ ਛੱਡ ਕੇ ਜ਼ੁਲਮ ਵਾਲੇ ਰਾਹ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ, ਦਾਤਾ ਜੀ ਤੁਸੀਂ ਤੇ ਉਦੋਂ ਤੋਂ ਹੀ ਸਰੀਰ ਵਿੱਚ ਆ ਕਰਕੇ ਸੰਸਾਰ ਦੇ ਵਿੱਚ ਪ੍ਰਗਟ ਹੋ ਕੇ ਧਰਮ ਦੀ ਮਰਿਆਦਾ ਜੁਗਾਂ ਤੋਂ ਪ੍ਰਗਟ ਕਰਦੇ ਰਹੇ ਹੋ। ਤੇ ਧਰਮ ਦੀ ਰਾਖੀ ਕਰਨਾ ਤੁਹਾਡਾ ਸੁਭਾਅ ਹੈ। ਜਦੋਂ ਧਰਮ ਖੰਭ ਲਾ ਕਰਕੇ ਉੱਡ ਜਾਏ ਤੁਸੀਂ ਆ ਕੇ ਧਰਮ ਨੂੰ ਸਹਾਰਾ ਬਖਸ਼ਦੇ ਹੋ। ਹਾਥ ਜੋਰ ਗੁਰਦਾਸ ਉਚਾਰੀ। ਇੱਧਰ ਜਦੋਂ ਬਾਬਾ ਬੁੱਢਾ ਸਾਹਿਬ ਨੇ ਇਹ ਸੁੰਦਰ ਬਚਨ ਕਹੇ ਨੇ, ਨਾਲ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਸਨ, ਜਿਨ੍ਹਾਂ ਦੀ ਰਚਨਾ ਨੂੰ ਅੱਜ ਸਿੱਖ ਗੁਰਬਾਣੀ ਦੀ ਕੁੰਜੀ ਦੇ ਰੂਪ ਦੇ ਵਿੱਚ ਮਾਣ ਦਿੰਦਾ ਹੈ, ਸਤਿਕਾਰ ਕਰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਉਹ ਹੱਥ ਜੋੜ ਕੇ ਅੱਗੋਂ ਬੇਨਤੀ ਕਰਨ ਲੱਗੇ ਸਤਿਗੁਰਾਂ ਦੇ ਚਰਨਾਂ ਵਿੱਚ। ਬਿਰਧ ਸਾਹਿਬ ਕੀ ਉਪਮਾ ਭਾਰੀ। ਕਿ ਦਾਤਾ ਜੀ ਬਾਬਾ ਬੁੱਢਾ ਸਾਹਿਬ ਇਹਨਾਂ ਦੀ ਬੜੀ ਵੱਡੀ ਵਡਿਆਈ ਹੈ, ਇਹ ਬਹੁਤ ਸਤਿਕਾਰਯੋਗ ਹਨ। ਸ੍ਰੀ ਨਾਨਕ ਆਦਿਕ ਗੁਰ ਸਾਰੇ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕਰਕੇ ਅੱਜ ਤੱਕ ਸਾਰੇ ਗੁਰੂ ਸਾਹਿਬਾਨਾਂ ਦੇ ਕੋਲ ਰਹਿ ਕਰਕੇ ਇਹਨਾਂ ਨੇ ਬਹੁਤ ਵੱਡੇ ਸਮੇਂ ਦੇ ਵਿੱਚ ਗੁਰੂ ਘਰ ਦੀ ਸੇਵਾ ਕਮਾਈ ਹੈ। ਬਹੁ ਸੇਵਾ ਕਰ ਸਦਾ ਨਿਹਾਰੇ। ਤੇ ਕੇਵਲ ਸੇਵਾ ਹੀ ਨਹੀਂ ਕੀਤੀ, ਸੇਵਾ ਕਰਨ ਦੇ ਨਾਲ ਨਾਲ ਪਹਿਲੀਆਂ ਸਾਰੀਆਂ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਨੇ। ਪਹਿਲੇ ਪਾਤਸ਼ਾਹ, ਦੂਜੇ ਪਾਤਸ਼ਾਹ, ਤੀਜੇ, ਚੌਥੇ, ਪੰਜਵੇਂ ਤੇ ਹੁਣ 6ਵੇਂ ਪਾਤਸ਼ਾਹ ਨੇ ਗੁਰਗੱਦੀ ਤੇ ਬਿਰਾਜਮਾਨ ਹੋਣਾ ਹੈ। ਧੰਨ ਬਾਬਾ ਬੁੱਢਾ ਸਾਹਿਬ, ਕਿੰਨੇ ਵੱਡੇ ਭਾਗ ਹੋਣਗੇ ਸਾਧ ਸੰਗਤ, ਕਿੱਡੀ ਵੱਡੀ ਬਖਸ਼ਿਸ਼ ਹੈ ਬਾਬਾ ਬੁੱਢਾ ਸਾਹਿਬ ਤੇ। ਐਵੇਂ ਨਹੀਂ ਸਿੱਖ ਪੰਥ ਵਿੱਚ ਉਹਨਾਂ ਨੂੰ ਮਾਣ ਤੇ ਸਤਿਕਾਰ ਮਿਲਿਆ। ਜਿਹੜਾ ਇੱਕ ਵਾਰ ਦਰਸ਼ਨ ਕਰਨ ਆਇਆ ਸੀ ਅਹਿਦੀਆ, ਉਹ ਚੰਦੂ ਦੇ ਆਖੇ ਲੱਗਣ ਦੀ ਥਾਂ ਗੁਰੂ ਚਰਨਾਂ ਵਿੱਚ ਨਿਮਰਤਾ ਨਾਲ ਝੁਕ ਗਿਆ, ਉਹਦੇ ਅੰਦਰ ਗੁਣ ਪ੍ਰਗਟ ਹੋ ਗਏ ਸੀ। ਤੇ ਧੰਨ ਬਾਬਾ ਬੁੱਢਾ ਸਾਹਿਬ ਜਿਹੜੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਗੁਰੂ ਚਰਨਾਂ ਵਿੱਚ ਸੇਵਾ ਕਮਾ ਰਹੇ ਨੇ, ਕਿੱਡੀ ਮਹਾਨ ਸ਼ਖਸੀਅਤ ਨੇ। ਇੱਕ ਵਾਰ ਸਾਰੇ ਪਿਆਰ ਨਾਲ ਆਖੀਏ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਕਿ ਇਹਨਾਂ ਨੇ ਬੜੀ ਭਾਰੀ ਸੇਵਾ ਲੰਮੇ ਸਮੇਂ ਤੋਂ ਗੁਰੂ ਚਰਨਾਂ ਵਿੱਚ ਕੀਤੀ ਹੈ। ਤੇ ਨਾਲੇ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰਾਂ ਦੇ ਸਾਰਿਆਂ ਦੇ ਦਰਸ਼ਨ ਵੀ ਕੀਤੇ ਹਨ। ਸਫਲ ਹੈ ਬਾਕੂ ਸਰਾਪ ਯਾਰ ਬਰਕੂ। ਸਤਿਗੁਰੂ ਤੁਹਾਡੀ ਇਹ ਰਹਿਮਤ ਹੈ, ਇਹਨਾਂ ਦੇ ਮੁਖ ਦੇ ਹਰ ਬੋਲੇ ਹੋਏ ਬਚਨ ਵੀ ਤੁਸੀਂ ਪੂਰੇ ਕਰ ਦਿੰਦੇ ਹੋ। ਬ੍ਰਹਮ ਅਸਤਰ ਜਿਮ ਰਘੁਵਰ ਕਰਕੂ। ਜਿਸ ਤਰੀਕੇ ਦੇ ਨਾਲ ਸ਼੍ਰੀ ਰਾਮਚੰਦਰ ਜੀ ਦੇ ਹੱਥ ਵਿੱਚ ਬ੍ਰਹਮ ਅਸਤਰ ਹੁੰਦਾ ਹੈ ਨਾ, ਭਾਵ ਉਹ ਨਿਸ਼ਫਲ ਨਹੀਂ ਜਾਂਦਾ ਹੈ। ਭਏ ਪੰਜ ਗੁਰ ਸ਼ਾਂਤ ਸਰੂਪ। ਇਸੇ ਤਰ੍ਹਾਂ ਬਾਬਾ ਬੁੱਢਾ ਸਾਹਿਬ ਦੇ ਬੋਲੇ ਹੋਏ ਬੋਲ ਵੀ ਵਿਅਰਥ ਨਹੀਂ ਜਾਂਦੇ। ਇੰਨੀ ਤੁਹਾਡੀ ਬਖਸ਼ਿਸ਼ ਹੈ ਬਾਬਾ ਬੁੱਢਾ ਸਾਹਿਬ ਤੇ ਬਾਬਾ ਬੁੱਢਾ ਸਾਹਿਬ ਜਿੱਥੇ ਮਹਾਨ ਗੁਰੂ ਘਰ ਦੇ ਵਿੱਚ ਸੇਵਾਵਾਂ ਨਿਭਾਉਣ ਵਾਲੇ ਨੇ, 5 ਸਤਿਗੁਰੂ ਸਾਹਿਬਾਨ ਭਾਈ ਗੁਰਦਾਸ ਜੀ ਕਹਿੰਦੇ ਨੇ ਉੱਤੇ ਸ਼ਾਂਤ ਸਰੂਪ ਹੋਏ ਨੇ, ਭਾਵ ਸੰਤ ਦਾ ਸਰੂਪ ਹੋ ਕਰਕੇ ਸ਼ਾਂਤੀ ਦੇ ਰੂਪ ਦੇ ਵਿੱਚ ਉਹਨਾਂ ਨੇ ਸੰਸਾਰ ਨੂੰ ਗੁਰਬਾਣੀ ਦੇ ਨਾਲ ਜੋੜਿਆ।
ਸੱਚ ਨਾਲ ਜਿੱਥੇ ਜੋੜਿਆ ਹੈ, ਸ਼ਾਂਤ ਸਰੂਪ ਰਹਿ ਕਰਕੇ ਮਨੁੱਖਤਾ ਨੂੰ ਸੱਚ ਦਾ ਰਸਤਾ ਦਿਖਾਇਆ ਹੈ। ਕਰ ਗੁਰ ਸਿੱਖੀ ਰੀਤ ਅਨੂਪ, ਤੇ ਗੁਰਸਿੱਖੀ ਦੀ ਨਿਰਮਲ ਤੇ ਨਿਰਾਲੀ ਉਹ ਰੀਤ ਜਿਹਦੀ ਉਪਮਾ ਨਹੀਂ ਕੀਤੀ ਜਾ ਸਕਦੀ, ਇਹ ਮਹਾਨ ਸਿੱਖੀ ਜਗਤ ਵਿੱਚ ਪ੍ਰਗਟ ਪਹਿਲੇ ਪਾਤਸ਼ਾਹ ਤੋਂ ਕੀਤੀ ਹੈ। ਦੇਤ ਰਹੇ ਸ਼ਾਂਤੀ ਉਪਦੇਸ਼, ਜਿੱਥੇ ਸਮੁੱਚੇ ਹੀ ਸੰਸਾਰ ਨੂੰ ਗੁਰੂ ਨਾਨਕ ਦਾ ਘਰ ਨਿਮਰਤਾ ਸਿਖਾਉਂਦਾ ਹੈ, ਪ੍ਰੇਮ ਸਿਖਾਉਂਦਾ ਹੈ, ਸ਼ਾਂਤੀ ਸਿਖਾਉਂਦਾ ਹੈ, ਭਾਈਚਾਰੇ ਵਿੱਚ ਰਹਿਣਾ ਸਿਖਾਉਂਦਾ ਹੈ। ਜੇ ਸੁਨ ਕਾਟੇ ਸਕਲ ਕਲੇਸ਼, ਜਿਨ੍ਹਾਂ ਦਾ ਸ਼ਾਂਤੀ ਤੇ ਪ੍ਰੇਮ ਦਾ ਸੰਦੇਸ਼ ਸੁਣ ਕੇ ਜਗਤ ਦੇ ਵਿੱਚੋਂ ਲੋਕ ਆਪਸੀ ਕਲੇਸ਼, ਝਗੜੇ, ਦੁੱਖ ਉਹਨਾਂ ਤੋਂ ਮੁਕਤ ਹੋ ਜਾਂਦੇ ਹਨ। ਅਬ ਸਾ ਜੁਦ ਗੁਰੂ ਹੋਵਹਿ ਆਪ, ਹੁਣ ਦਾਤਾ ਜੀ, ਹੁਣ ਤੁਸੀਂ ਸ਼ਸਤਰ ਧਾਰੀ ਹੋ ਕਰਕੇ ਬਿਰਾਜਮਾਨ ਹੋਵੋਗੇ। ਸਿੱਖ ਸਾਜੁਦ ਕਰ ਬਧਹਿ ਪ੍ਰਤਾਪ, ਆਪ ਵੀ ਸ਼ਸਤਰ ਧਾਰੀ, ਸਿੱਖਾਂ ਨੂੰ ਵੀ ਸ਼ਸਤਰ ਧਾਰੀ ਕਰੋਗੇ। ਇਹਦੇ ਨਾਲ ਤੇ ਹੋਰ ਗੁਰੂ ਨਾਨਕ ਦੇ ਘਰ ਦਾ ਤੇਜ ਪ੍ਰਤਾਪ ਵਧੇਗਾ। ਅਪਰ ਕੌਣ ਸਮਰੱਥ ਇਸ ਕਾਲ, ਭਾਈ ਗੁਰਦਾਸ ਜੀ ਕਹਿੰਦੇ ਨੇ, ਗਰੀਬ ਨਵਾਜ ਤੁਹਾਡੇ ਤੋਂ ਵੱਡਾ ਕੌਣ ਸਮਰੱਥ ਹੈ? ਆਪ ਸਮਰੱਥ ਹੋ ਸਰਬ ਕਲਾ ਦੇ ਵਿੱਚ, ਇਸ ਸੰਸਾਰ ਦੇ ਅੰਦਰ। ਸ਼ਬਸ਼ਿਤ ਤੁਰਕਣ ਰਾਜ ਵਿਸਾਲ, ਤੇ ਇਸ ਸੰਸਾਰ ਦੇ ਅੰਦਰ, ਇਹ ਸਾਰੀ ਧਰਤੀ ਦੇ ਉੱਪਰ ਬਹੁਤ ਵੱਡੇ ਹਿੱਸੇ ਤੇ ਤੁਰਕਾਂ ਨੇ ਰਾਜ ਪ੍ਰਬੰਧ ਸੰਭਾਲਿਆ ਹੋਇਆ ਹੈ। ਰਾਵਰ ਤੇ ਹੋਵੇ ਬਿਦਸਾਰੇ, ਜਿਹੜੇ ਲੋਕਾਂ ਤੇ ਜ਼ੁਲਮ ਕਰਦੇ ਨੇ, ਅਤਿਆਚਾਰ ਕਰਦੇ ਨੇ, ਇਸ ਜ਼ੁਲਮ ਨੂੰ ਖਤਮ ਕਰਨ ਵਾਸਤੇ ਦਾਤਾ ਜੀ ਹੁਣ ਧਰਮ ਵਾਸਤੇ, ਸਥਾਪਨਾ ਵਾਸਤੇ ਧੰਨ ਗੁਰੂ ਅਰਜਨ ਸਾਹਿਬ ਤੁਹਾਡੇ ਤੋਂ ਹੀ ਸਾਰੀ ਵਿਧੀ ਜਿਹੜੀ ਬਣ ਸਕਦੀ ਹੈ। ਹਿੰਦ ਧਰਮ ਕੋ ਲਿਹੋ ਬਾਰੀ, ਇਸ ਸੰਸਾਰ ਦੇ ਅੰਦਰ ਇਸ ਹਿੰਦ ਦੇ ਲੋਕਾਂ ਦਾ ਜਿਹੜਾ ਧਰਮ ਖਤਰੇ ਦੇ ਵਿੱਚ ਹੋਇਆ ਪਿਆ, ਜਿਹੜਾ ਜ਼ੁਲਮ ਕੀਤਾ ਜਾ ਰਿਹਾ ਹੈ ਹਾਕਮਾਂ ਦੇ ਵੱਲੋਂ, ਜੇ ਧਰਮ ਦੀ ਰਾਖੀ ਕਰ ਸਕਦੇ ਹੋ, ਜਿਹੜਾ ਧਰਮ ਦਇਆ ਵਿੱਚੋਂ ਜਨਮ ਲੈਂਦਾ ਹੈ, ਧੌਲ ਧਰਮ ਦਇਆ ਕਾ ਧਰਮ, ਜਿਸ ਧਰਮ ਦੀ ਗੱਲ ਗੁਰੂ ਅਰਜਨ ਸਾਹਿਬ ਨੇ ਕੀਤੀ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਤੇ ਹੁਣ ਹਿੰਦ ਦੇ ਧਰਮ ਦੀ ਰਾਖੀ ਤੁਸੀਂ ਹੀ ਕਰਨ ਵਾਲੇ ਹੋ। ਇਮ ਸੁਨ ਕਰ ਸ੍ਰੀ ਅਰਜਨ ਨਾਥ, ਇਸ ਤਰ੍ਹਾਂ ਜਦੋਂ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੇ ਪਿਆਰ ਨਾਲ ਬਚਨ ਕੀਤੇ ਨੇ, ਉਹਨਾਂ ਦੀਆਂ ਬੇਨਤੀਆਂ ਸੁਣ ਕੇ ਪ੍ਰਤੱਖ ਹਰ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਇਵੇਂ ਬਚਨ ਕਰਦੇ ਹਨ। ਉਠੇ ਹਰਖਲੇ ਸ਼੍ਰੀ ਫਲ ਹਾਥ, ਬਚਨ ਸੁਣ ਕੇ ਬੜੇ ਖੁਸ਼ ਹੋਏ ਨੇ, ਬੜੇ ਪ੍ਰਸੰਨ ਹੋਏ ਨੇ। ਆਪਣੇ ਹੱਥ ਵਿੱਚ ਸਤਿਗੁਰਾਂ ਨੇ ਇੱਕ ਫਲ, ਜਿਸ ਨੂੰ ਨਾਰੀਅਲ ਕਿਹਾ ਜਾਂਦਾ, ਇਹ ਫਲ ਸਤਿਗੁਰਾਂ ਨੇ ਹੱਥ ਵਿੱਚ ਪਕੜਿਆ ਹੈ। ਕਰੀ ਪ੍ਰਦਰਸ਼ਨ ਫਿਰ ਕਰ ਤੀਨ, ਸਾਹਮਣੇ ਸ਼੍ਰੀ ਹਰਗੋਬਿੰਦ ਜੀ ਮਹਾਰਾਜ ਬੈਠੇ ਹਨ। ਉਹਨਾਂ ਦੇ ਕੋਲ ਜਾ ਕਰਕੇ ਸਤਿਗੁਰਾਂ ਨੇ ਸੁੰਦਰ ਰੂਪ ਵਿੱਚ 3 ਪ੍ਰਦਖਣਾ ਉਹਨਾਂ ਦੀਆਂ ਕੀਤੀਆਂ ਹਨ। ਜਗਤ ਰੀਤ ਸੁਤ ਲਖਿਓ ਪ੍ਰਵੀਨ, ਵੇਖ ਲਿਆ ਹੈ ਜਿਹੜੀ ਜਗਤ ਦੀ ਰੀਤ, ਗੁਰੂ ਨਾਨਕ ਦੇ ਘਰ ਦੀ ਮਰਿਆਦਾ ਅਨੁਸਾਰ ਪੁੱਤਰ ਨੂੰ ਹਰ ਪੱਖ ਤੋਂ ਯੋਗ ਜਾਣਨਾ ਕੀਤਾ ਹੈ। ਪੈਸੇ 5 ਸਹਿਤ ਨਲਿਏਰ, 5 ਪੈਸੇ ਤੇ ਨਾਰੀਅਲ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੇ ਹੱਥ ਵਿੱਚ ਹਨ। ਤਾਰੇ ਆਗੇ ਨਮਰੇ ਤਸਬੀਰ, ਤੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ 5 ਪੈਸੇ ਤੇ ਨਾਰੀਅਲ ਅੱਗੇ ਰੱਖ ਕੇ, ਜਿਹੜੀ ਇੱਕ ਰੀਤ ਸੀ, ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਪੁੱਤਰ ਦੇ ਅੱਗੇ ਆ ਕਰਕੇ ਸੀਸ ਝੁਕਾ ਕੇ ਨਮਸਕਾਰ ਕੀਤੀ ਹੈ। ਦੁਨੀਆ ਦੇ ਵਿੱਚ ਇੱਕ ਵਿਲੱਖਣ ਹੀ ਉਲਟੀ ਰੀਤ, ਉਹ ਹੋਰਿਓਂ ਗੰਗ ਵਹਾਈਏ ਵਾਲੀ ਕਲਾ ਸੀ, ਉਲਟੀ ਗੰਗਾ ਵਹਾਉਣ ਵਾਲੀ। ਪੁੱਤਰ ਦੇ ਅੱਗੇ ਪਿਤਾ ਸੀਸ ਝੁਕਾਵੇ, ਇਹ ਕਿਵੇਂ ਹੋ ਸਕਦਾ? ਚੇਲੇ ਦੇ ਅੱਗੇ ਗੁਰੂ ਸੀਸ ਝੁਕਾਵੇ, ਇਹ ਕੇਵਲ ਗੁਰੂ ਨਾਨਕ ਦਾ ਘਰ ਹੀ ਹੈ ਉਲਟੀ ਗੰਗ ਵਹਾਉਣ ਵਾਲਾ ਕਾਰਜ ਕਰ ਸਕਦਾ। ਹੋਰਿਓਂ ਗੰਗ ਵਹਾਈ ਹੈ, ਦੁਨੀਆਈ ਆਖੇ ਕਿ ਕਿਉਂ ਨ ਦੁਨੀਆ ਆਖਦੀ ਕੀ ਕੀਤਾ ਹੈ। ਇਹ ਹੋਰਿਓਂ ਗੰਗ ਗੁਰੂ ਨਾਨਕ ਦੇ ਘਰ ਦੇ ਵਿੱਚ ਹੀ ਵਗਦੀ ਹੈ ਉਲਟੀ ਗੰਗਾ। ਇਹ ਨਿਰਾਲਾ ਕੌਤਕ ਹੋਇਆ ਹੈ, ਇਹ ਵੱਡੀ ਬਖਸ਼ਿਸ਼ ਹੋਈ ਹੈ। ਤੇ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ, ਇੱਕ ਵਾਰ ਸਾਰੇ ਪਿਆਰ ਨਾਲ ਬੋਲੋ, ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਉਹਨਾਂ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਗੁਰੂ ਸਾਹਿਬ ਨੇ ਜਦੋਂ ਸੀਸ ਝੁਕਾ ਦਿੱਤਾ ਹੈ, ਕਰੀ ਸਥਾਪਨ ਆਪਣੀ ਜੋਤ, ਆਪਣੀ ਜੋਤ ਜਿਵੇਂ ਦੀਵੇ ਤੋਂ ਦੀਵਾ ਬਲਦਾ ਹੈ, ਇਸੇ ਤਰ੍ਹਾਂ ਪ੍ਰਤੱਖ ਗੁਰੂ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਜੋਤ ਹੁਣ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਦੇ ਵਿੱਚ ਪ੍ਰਕਾਸ਼ਮਾਨ ਕਰਕੇ ਸਥਾਪਿਤ ਕੀਤੀ ਹੈ। ਸਭ ਗੁਰ ਕੇ ਆਈ ਇਮ ਜਿਮ ਹੋਤ, ਜਿਵੇਂ ਪਹਿਲੇ ਪਾਤਸ਼ਾਹ ਤੋਂ ਲੈ ਕੇ ਪਹਿਲੇ 5 ਗੁਰੂ ਸਾਹਿਬਾਨ ਦੇ ਵੇਲੇ ਜਿਵੇਂ ਮਰਿਆਦਾ ਚੱਲਦੀ ਰਹੀ ਹੈ, ਭਾਈ
ਲਹਿਣਾ ਜੀ ਨੂੰ ਜਿਵੇਂ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਬਣਾਇਆ, ਬਾਬਾ ਅਮਰਦਾਸ ਜੀ ਨੂੰ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਬਣਾਇਆ, ਭਾਈ ਜੇਠਾ ਜੀ ਨੂੰ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਸਥਾਪਿਤ ਕੀਤਾ। ਤੇ ਜਿਵੇਂ ਗੁਰੂ ਅਰਜਨ ਸਾਹਿਬ ਪੁੱਤਰ ਰੂਪ ਸਨ, ਪਰ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਗੁਰਤਾ ਗੱਦੀ ਬਖਸ਼ੀ। ਇਸੇ ਤਰੀਕੇ ਨਾਲ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਪੁੱਤਰ ਸ੍ਰੀ ਹਰਗੋਬਿੰਦ ਜੀ ਨੂੰ ਹਰ ਪੱਖ ਤੋਂ ਯੋਗ ਜਾਣ ਕਰਕੇ ਉਹਨਾਂ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ ਕੇ 6ਵੇਂ ਰੂਪ ਦੇ ਵਿੱਚ ਗੁਰੂ ਨਾਨਕ ਦੀ ਜੋਤ ਦਾ ਸਥਾਪਨਾ ਕਰਕੇ ਉਹਨਾਂ ਤੇ ਇਹ ਬਖਸ਼ਿਸ਼ ਵਰਤਾਉਂਦੇ ਹਨ। ਬੁੱਢੇ ਸਾਹਿਬ ਸੋ ਫਰਮਾਇਓ। ਹੁਣ ਬਾਬਾ ਬੁੱਢਾ ਸਾਹਿਬ ਵੱਲ ਵੇਖ ਕੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਫਰਮਾਨ ਕਰਦੇ ਹਨ, ਕਰਹੁ ਸੋ ਆਪ ਕਰਤ ਜਿਵੇਂ ਆਇਓ। ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜਿਵੇਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜਦੋਂ ਉਹਨਾਂ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਗੱਦੀ ਦਿੱਤੀ ਹੈ, ਜਿਹੜੀ ਮਰਿਆਦਾ ਅਨੁਸਾਰ ਗੁਰਤਾ ਗੱਦੀ ਤੇ ਸਥਾਪਨ ਕਰਨ ਦੀ ਰੀਤ ਤੁਸੀਂ ਕਰਦੇ ਆਏ ਹੋ, ਉਹ ਹੁਣ ਤੁਸੀਂ ਕਰਨਾ ਕਰੋ। ਸੁਭ ਅਧਿਕਾਰ ਕਰਨ ਕੋ ਨੀਕਾ। ਕਿਉਂਕਿ ਗੁਰੂ ਸਾਹਿਬ ਦੇ ਮੱਥਾ ਟੇਕਣ ਤੋਂ ਬਾਅਦ ਵਿੱਚ ਜਦੋਂ ਬਾਬਾ ਬੁੱਢਾ ਸਾਹਿਬ ਮਰਿਆਦਾ ਨਿਭਾ ਕੇ ਮੱਥਾ ਟੇਕ ਦਿੰਦੇ, ਇਹਦਾ ਮਤਲਬ ਹੁਣ ਗੁਰਤਾ ਗੱਦੀ ਜਿਹੜੀ ਹੈ, ਜਿਸ ਨੂੰ ਬਾਬੇ ਬੁੱਢੇ ਨੇ ਮੱਥਾ ਟੇਕਤਾ, ਸਮਝ ਲਓ ਗੁਰਤਾ ਗੱਦੀ ਹੁਣ ਉਹਨਾਂ ਦੇ ਵਿੱਚ ਆ ਕੇ ਬਿਰਾਜਮਾਨ ਹੋ ਗਈ ਹੈ। ਇਹ ਬਾਬੇ ਬੁੱਢੇ ਨੂੰ ਬਹੁਤ ਵੱਡੀ ਬਖਸ਼ਿਸ਼ ਹੈ। ਕਹਿਣ ਲੱਗੇ ਜਿਵੇਂ ਸ਼ੁਭ ਅਧਿਕਾਰ ਸ਼ੁਭ ਕਰਮ ਕਰਨੇ ਹਨ, ਇਹ ਤੁਹਾਨੂੰ ਹੀ ਅਧਿਕਾਰ ਗੁਰੂ ਨਾਨਕ ਸਾਹਿਬ ਦੇ ਕੇ ਗਏ ਨੇ, ਸੋ ਸੋਹਣੇ ਢੰਗ ਨਾਲ ਮਰਿਆਦਾ ਤੁਸੀਂ ਨਿਭਾਉਣੀ ਕਰੋ। ਉਠੋ ਮੁੱਦਤ ਦੇਹੋ ਅਬ ਸੁਧ ਟੀਕਾ। ਇਸ ਕਰਕੇ ਉਠੋ ਖੁਸ਼ੀ ਸਹਿਤ ਪ੍ਰਸੰਨਤਾ ਸਹਿਤ ਇਹ ਗੁਰਤਾ ਗੱਦੀ ਦਾ ਤਿਲਕ ਤੁਸੀਂ ਸ੍ਰੀ ਹਰਗੋਬਿੰਦ ਜੀ ਨੂੰ ਗੁਰੂ ਹਰਗੋਬਿੰਦ ਜੀ ਦੇ ਰੂਪ ਵਿੱਚ ਦੇਣਾ ਕਰੋ। ਹਾਥ ਜੋੜ ਤਬ ਬਿਦਰ ਬਖਾਨੇ ਬ੍ਰਿਧ ਬਖਾਨੇ। ਹੁਣ ਵੇਖੋ ਇਹੋ ਜੀ ਘਟਨਾ ਅਚਾਨਕ ਵਰਤ ਗਈ ਹੋਵੇ, ਕੌਤਕ ਤਾਂ ਗੁਰੂ ਸਾਹਿਬ ਮਹਾਰਾਜ ਆਪ ਵਰਤਾ ਰਹੇ ਨੇ ਸਾਧ ਸੰਗਤ, ਪਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਅਚਾਨਕ ਇਸ ਤਰੀਕੇ ਨਾਲ ਕਰਤੱਵ ਹੋ ਗਿਆ ਹੋਵੇ ਤੇ ਹੈਰਾਨ ਤੇ ਹੋਣਾ ਸੀ। ਇੱਕਦਮ ਹੈਰਾਨ ਹੋ ਕੇ ਹੱਥ ਜੋੜ ਕੇ ਧੰਨ ਬਾਬਾ ਬੁੱਢਾ ਸਾਹਿਬ ਇਵੇਂ ਬੇਨਤੀ ਕਰਨ ਲੱਗੇ, ਇਹ ਕਿਆ ਕੌਤਕ ਰਾਵਰ ਠਾਨਿਓ। ਕਿ ਗਰੀਬ ਨਵਾਜ ਸਤਿਗੁਰੂ ਇਹ ਕਿਹੜਾ ਕੌਤਕ ਰਚ ਰਹੇ ਹੋ, ਕਿਹੜਾ ਕਾਰਜ ਆਪ ਜੀ ਨੇ ਕੀਤਾ ਹੈ, ਇਹ ਮਹਾਨ ਕਰਤੱਵ ਕਿਉਂ ਕਰ ਰਹੇ ਹੋ। ਜਬ ਹੂੰ ਹੋਤ ਦੇਹ ਕੋ ਅੰਤ। ਕਿਉਂਕਿ ਅੱਜ ਸਮ ਤੱਕ ਇਹੀ ਹੁੰਦਾ ਆਇਆ ਹੈ ਕਿ ਜਦੋਂ ਸਤਿਗੁਰੂ ਜੀ ਜਾਣਦੇ ਸੀ ਕਿ ਹੁਣ ਇਹ ਸਰੀਰ ਜਿਹੜਾ ਹੈ ਬਿਨਸਣ ਵਾਲਾ ਹੈ, ਜਦੋਂ ਦੇਹ ਦਾ ਅੰਤ ਕਰਨਾ ਹੋਵੇ, ਸਰੀਰ ਨੇ ਬਿਨਸ ਜਾਣਾ ਹੋਵੇ, ਤਬ ਇਸ ਵਿਦ ਕੋ ਹੋਏ ਬਿਰਤੰਤ। ਸਰੀਰ ਬਿਨਸਣ ਦੀ ਗੱਲ ਸਮਝ ਕਰਕੇ ਹੀ ਗੁਰੂ ਵਿਅਕਤੀ ਸਹਿਬਾਨ ਉਦੋਂ ਹੀ ਆਪਣੀ ਜੋਤ ਦੂਸਰੇ ਸਰੀਰ ਵਿੱਚ ਪ੍ਰਵੇਸ਼ ਕਰਵਾ ਕੇ ਗੁਰਗੱਦੀ ਬਖਸ਼ਿਸ਼ ਕਰਦੇ ਸਨ। ਉਦੋਂ ਹੀ ਇਹ ਸਾਰਾ ਕਾਰਜ ਹੋਇਆ ਕਰਦਾ ਸੀ। ਤਨ ਰਾਵਰ ਕੋ ਪਰਉਪਕਾਰੀ। ਪਰ ਦਾਤਾ ਜੀ ਆਪ ਜੀ ਤੇ ਆਪ ਜੀ ਦਾ ਸੁੰਦਰ ਤਨ ਇਹ ਤੇ ਬੜਾ ਪਰਉਪਕਾਰੀ ਹੈ, ਬੜੇ ਪਰਉਪਕਾਰ ਕਰਨ ਵਾਲਾ ਹੈ। ਜੰਬੂ ਦੀਪ ਦੀਪ ਅਨੁਹਾਰੇ। ਇਸ ਭਾਰਤ ਖੰਡ ਹੀ ਨਹੀਂ ਸਮੁੱਚੇ ਸੰਸਾਰ ਦੇ ਵਿੱਚ ਇਸ ਤਨ ਵਿੱਚ ਰਹਿ ਕੇ ਆਪ ਜੀ ਨੇ ਜਗਤ ਨੂੰ ਗਿਆਨ ਦਾ ਦੀਵਾ ਬਾਲ ਕਰਕੇ ਸੰਸਾਰ ਨੂੰ ਸੱਚ ਦਾ ਰਾਹ ਦਿਖਾਇਆ ਹੈ। ਜਹ ਕਹਿ ਕਰਿਓ ਪ੍ਰਕਾਸ਼ ਵਿਸਾਲਾ। ਇਸ ਸੱਚ ਦੀ ਰੋਸ਼ਨੀ ਦਾ ਜਿੱਥੇ ਕਿੱਥੇ ਦੇਸ਼ ਵਿਦੇਸ਼ ਵਿੱਚ ਤੁਸੀਂ ਇਸ ਪਰਉਪਕਾਰੀ ਸਰੀਰ ਵਿੱਚ ਰਹਿ ਕੇ ਮਹਾਨ ਗਿਆਨ ਦਾ ਪ੍ਰਕਾਸ਼ ਸਾਰੇ ਪਾਸੇ ਫੈਲਾਇਆ ਹੈ। ਮਾਗ ਸ਼ੁਭ ਗਮਨਿਓ ਜਗਤ ਸੁਖਾਲਾ। ਉਸ ਸੱਚ ਦੇ ਪ੍ਰਕਾਸ਼ ਦੀ ਰੋਸ਼ਨੀ ਦੇ ਵਿੱਚ ਤੁਰ ਕਰਕੇ ਜਿਹੜਾ ਸੁੱਖ ਦਾ ਘਰ ਪ੍ਰਾਪਤ ਹੁੰਦਾ ਹੈ, ਸਾਰਾ ਜਗਤ ਉਸ ਰਸਤੇ ਤੇ ਤੁਰ ਕੇ ਵਹਿਮਾਂ ਭਰਮਾਂ ਪਖੰਡਾਂ ਕਰਮਕਾਂਡਾਂ ਚੋਂ ਨਿਕਲ ਕੇ ਸੱਚ ਦੀ ਰੋਸ਼ਨੀ ਅਨੁਸਾਰ ਜੀਵਨ ਪ੍ਰਾਪਤ ਕਰਕੇ ਇਸ ਰਾਹ ਤੁਰ ਕੇ ਸੁੱਖ ਦਾ ਘਰ ਪ੍ਰਾਪਤ ਕਰਕੇ ਆਨੰਦ ਪ੍ਰਾਪਤ ਕਰ ਰਿਹਾ ਹੈ। ਦਰਸ਼ਨ ਕੀ ਸੰਗਤ ਹੈ ਪਿਆਸੀ। ਇਹ ਆਪ ਜੀ ਦਾ ਸੁੰਦਰ ਸਰੂਪ ਜਿਹਦੇ ਵਿੱਚ ਗੁਰੂ ਨਾਨਕ ਦੀ ਜੋਤ ਪ੍ਰਗਟ ਹੈ। ਸਾਰਾ ਜਗਤ ਤੁਹਾਡੇ ਦਰਸ਼ਨਾਂ ਦਾ ਪਿਆਸਾ ਹੈ, ਸੰਗਤ ਤੁਹਾਡੇ ਦਰਸ਼ਨਾਂ ਦੀ ਬੜੀ ਪਿਆਸੀ ਹੈ। ਦੂਰ ਦੂਰ ਤੇ ਆਏ ਹੁਲਾਸੀ। ਦੇਸ਼ ਵਿਦੇਸ਼ ਤੋਂ ਦੂਰੋਂ ਨੇੜਿਓਂ ਖੁਸ਼ੀ ਨਾਲ ਚੱਲ ਕੇ ਆਉਂਦੀ ਹੈ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਪ੍ਰਤੱਖ ਤੌਰ ਤੇ ਸਾਨੂੰ ਦਰਸ਼ਨ ਹੋ ਜਾਣ। ਭਗਤਨ ਭੂਰ ਭਾਵਨਾ ਜਾਣ। ਆਪ ਜੀ ਨੇ ਇਸ ਸੰਸਾਰ ਦੇ ਅੰਦਰ ਭਗਤਾਂ ਦੀ ਵੱਡੀ ਭਾਵਨਾ ਨੂੰ ਜਾਣ ਕਰਕੇ ਆਪ ਸਰੂਰ ਧਰੋ ਜਾਗਿਆਨ। ਸੰਸਾਰ ਦੇ ਅੰਦਰ ਭਗਤਾਂ ਦੀ ਭਾਵਨਾ ਨੂੰ ਪੂਰਨ ਕਰਨ ਵਾਸਤੇ ਸੰਸਾਰ ਦੇ ਅੰਦਰ ਆ ਸਰੀਰ ਧਾਰਨ ਕੀਤਾ ਹੈ। ਆਪ ਨਿਰੰਕਾਰ ਪਰਮੇਸ਼ਰ ਪ੍ਰਤੱਖ ਹਰ ਸਰੂਪ
ਭਗਤਾਂ ਦੀ ਭਾਵਨਾ ਹੀ ਤੇ ਪੂਰੀ ਕਰਨ ਵਾਸਤੇ ਸਰੀਰ ਧਾਰਨ ਕਰਕੇ ਜਗਤ ਵਿੱਚ ਵਿਚਰ ਰਹੇ ਹੋ। ਔਚਕ ਅਚਰਜ ਕਹਾਂ ਜਨਾਵੋ। ਪਰ ਸਤਿਗੁਰੂ ਜੀ ਇਹ ਇੱਕਦਮ ਅਚਾਨਕ ਹੀ ਇਹੋ ਜਿਹਾ ਹੈਰਾਨ ਕਰਨ ਵਾਲਾ ਕੌਤਕ ਕਿਵੇਂ ਵਰਤਾ ਰਹੇ ਹੋ? ਫਿਰੋਂ ਆਪ ਸ਼ੁਭ ਦਰਸ ਦਿਖਾਵੋ। ਇਹ ਸਰੀਰ ਨੂੰ ਆਖਰਕਾਰ ਕਿਉਂ ਤਿਆਗਣ ਲੱਗੇ ਹੋ? ਇਸੇ ਸਰੀਰ ਵਿੱਚ ਟਿਕਣਾ ਕਰੋ। ਹੋਰ ਵੀ ਸੰਗਤਾਂ ਨੂੰ ਦਰਸ਼ਨ ਦੇ ਕਰਕੇ ਸੰਸਾਰ ਦਾ ਭਲਾ ਕਰਨਾ ਕਰੋ। ਸਭ ਕੇ ਇਹੋ ਆਸਰਾ ਭਾਰੇ। ਇਸ ਸੰਸਾਰ ਦੇ ਵਿੱਚ ਕੇਵਲ ਤੁਹਾਡਾ ਹੀ ਆਸਰਾ ਹੈ, ਤੁਸੀਂ ਸਭਨਾਂ ਦਾ ਹੀ ਆਸਰਾ ਹੋ। ਚੌਂ ਦਿਸ਼ ਦੁਸ਼ਟ ਦੁਸ਼ਟਤਾ ਧਾਰੇ। ਕਿਉਂਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਦੁਸ਼ਟ ਨੇ, ਦੁਸ਼ਟਤਾ ਕਰ ਰਹੇ ਨੇ। ਉਹਨਾਂ ਦੁਸ਼ਟਾਂ ਦੀ ਦੁਸ਼ਟਤਾ ਦੇ ਸਮੇਂ ਵਿੱਚ ਉਹਨਾਂ ਤੋਂ ਬਚਣ ਵਾਸਤੇ ਇਹ ਭਾਰਾ ਆਸਰਾ ਕੇਵਲ ਤੁਹਾਡਾ ਹੀ ਹੈ ਜਗਤ ਨੂੰ। ਇਸ ਕਰਕੇ ਪਾਤਸ਼ਾਹ ਜੀ ਬਣਹੁ ਸਹਾਇਕ ਸੰਗਤ ਕੇਰੇ। ਇਸ ਕਰਕੇ ਸੰਗਤ ਦੇ ਤੁਸੀਂ ਸਹਾਇਕ ਬਣ ਕਰਕੇ ਇਹ ਸਰੀਰ ਜਿਹੜੇ ਵਿੱਚ ਰਹਿ ਕੇ ਹੀ ਪਰਉਪਕਾਰ ਕਰਨੇ ਕਰੋ। ਸਰਬ ਪਰਿਵਾਰ ਤੁਮਹੁ ਦਿਸ਼ਹੇਰੇ। ਸਾਰਾ ਪਰਿਵਾਰ ਸਿੱਖ ਸੰਗਤਾਂ ਕੇਵਲ ਸਤਿਗੁਰੂ ਤੁਹਾਡੇ ਵਾਲੀ ਤੱਕ ਰਹੀਆਂ ਨੇ, ਉਹਨਾਂ ਨੂੰ ਤੁਹਾਡੇ ਤੋਂ ਸਿਵਾ ਕੋਈ ਆਸਰਾ ਨਹੀਂ ਹੈ ਦਾਤਾ ਜੀ। ਬਿਗਰਿਓ ਸ਼ਾਹ ਚੰਦ ਕੋ ਕੇ ਕਹੇ। ਇਹ ਬਾਦਸ਼ਾਹ ਤੇ ਅਸਲ ਦੇ ਵਿੱਚ ਚੰਦੂ ਦੇ ਕਹੇ ਤੇ ਵਿਗੜਿਆ ਹੋਇਆ। ਜਿਹੜੇ ਚੁਗਲੀ ਕਰਨ ਵਰਗੇ ਚੰਦੂ ਵਰਗੇ ਪਾਪੀ ਦੁਸ਼ਟ ਇਹੋ ਜਿਹੇ ਹੋਰ ਚੁਗਲ ਨੇ, ਉਹਨਾਂ ਨੇ ਬਾਦਸ਼ਾਹ ਦੇ ਕੰਨ ਭਰ ਭਰ ਕੇ ਵਿਗਾੜਿਆ ਹੈ ਉਹਨੂੰ। ਸਭ ਵਿਦ ਕੇ ਤੁਮ ਜਾਣਦੇ ਆਹੇ। ਬਾਕੀ ਦਾਤਾ ਜੀ ਤੁਹਾਨੂੰ ਕੀ ਦੱਸ ਕੇ ਅਸੀਂ ਬਿਆਨ ਕਰੀਏ? ਤੁਸੀਂ ਦਿਲਾਂ ਦੀ ਜਾਣਨ ਵਾਲੇ ਜੇ, ਸਭ ਕੁਝ ਤੇ ਤੁਹਾਨੂੰ ਪਤਾ ਹੈ। ਅਸੀਂ ਕੀ ਬੋਲ ਕੇ ਤੁਹਾਨੂੰ ਦੱਸ ਸਕਦੇ ਹਾਂ? ਸੁਣ ਕਰ ਸ੍ਰੀ ਅਰਜਨ ਗੁਰ ਕਹਿਓ। ਸਾਰੀ ਬੇਨਤੀ ਇਸ ਤਰ੍ਹਾਂ ਪਿਆਰ ਨਾਲ ਭੇਜ ਕੇ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜਦੋਂ ਪੰਜਵੇਂ ਪਾਤਸ਼ਾਹ ਅੱਗੇ ਕਰਦੇ ਨੇ, ਸੁਣ ਕੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਬਾਬੇ ਬੁੱਢੇ ਸਾਹਿਬ ਨੂੰ ਕਹਿਣ ਲੱਗੇ, ਅੰਤ ਸਮਾਹਮ ਆਪਣੋ ਲਹਿਓ। ਕਹਿਣ ਲੱਗੇ ਕਿ ਹੁਣ ਨਾ ਅਸਾਂ ਨੇ ਆਪਣਾ ਅੰਤ ਸਮਾਂ, ਸਰੀਰ ਤਿਆਗਣ ਦਾ ਸਮਾਂ ਜਾਣ ਲਿਆ ਹੈ। ਤਿਆਗਣ ਕੇ ਮੈਂ ਕਾਰਨ ਹੈ ਘਣੇ। ਕਹਿੰਦੇ ਇਸ ਤੇ ਤਿਆਗਣ ਦੇ ਵਿੱਚ ਵੀ ਕਈ ਕਾਰਨ ਨੇ। ਇਸ ਸੰਸਾਰ ਦੇ ਵਿੱਚ ਜਿਤਨਾ ਸਮਾਂ ਇਸ ਤਨ ਵਿੱਚ ਰਹਿਣਾ ਸੀ, ਉਹ ਜਿਹੜਾ ਕਾਰਜ ਕਰਨਾ ਹੈ ਉਹ ਸਭ ਤੋਂ ਵੱਡਾ ਕਾਰਜ ਕਰਨਾ। ਇਹ ਕਾਰਜ ਤੇ ਸ਼ਹਾਦਤ ਦਾ ਹੈ। ਜੋ ਸ਼ਹਾਦਤ ਦਿੰਦਿਆਂ ਹੀ ਅਸਲ ਦੇ ਵਿੱਚ ਕਿਸੇ ਕੌਮ ਦੀ ਉਸਾਰੀ ਕਰਨੀ ਹੋਵੇ ਨਾ, ਤੇ ਸੱਚ ਜਾਣਿਓ ਸ਼ਹਾਦਤਾਂ ਦੇਣੀਆਂ ਪੈਂਦੀਆਂ ਨੇ। ਸ਼ਹਾਦਤਾਂ ਤੋਂ ਬਿਨਾਂ ਕੌਮਾਂ ਵੱਧਦੀਆਂ ਫੁੱਲਦੀਆਂ ਨਹੀਂ ਹਨ। ਜਿਵੇਂ ਇੱਕ ਦਰਖਤ ਵੱਡਾ ਸਾਰਾ ਕਿਸੇ ਨੂੰ ਨਜ਼ਰ ਆਉਂਦਾ, ਪਰ ਉਹਦੇ ਪਿੱਛੇ ਇੱਕ ਬੀਜ ਦੀ ਕੁਰਬਾਨੀ ਹੁੰਦੀ। ਉਹ ਬੀਜ ਕੁਰਬਾਨ ਹੁੰਦਾ ਹੈ ਤਾਂ ਜਾ ਕੇ ਇੱਕ ਦਰਖਤ ਨਜ਼ਰ ਆਉਂਦਾ ਹੈ। ਕਿਸੇ ਨੇ ਬੜਾ ਸੁੰਦਰ ਕਿਹਾ ਸੀ, ਮਿਟਾ ਦੇ ਖੁਦ ਕੀ ਹਸਤੀ ਕੋ ਗਰ ਕੁਛ ਮਰਤਬਾ ਚਾਹੇ ਕਿ ਦਾਨਾ ਖਾਕ ਮੇ ਮਿਲ ਕਰ ਗੁਲੇ ਗੁਲਜ਼ਾਰ ਹੋਤਾ ਹੈ। ਜਦੋਂ ਤੱਕ ਕੁਰਬਾਨੀ ਨਾ ਹੋਵੇ, ਆਪਾ ਨਾ ਵਾਰਿਆ ਜਾਵੇ, ਉਨੀ ਦੇਰ ਤੱਕ ਵੱਡੇ ਵੱਡੇ ਦਰਖਤ ਬੀਜ ਦੀ ਕੁਰਬਾਨੀ ਤੋਂ ਬਗੈਰ ਹੋਂਦ ਨਹੀਂ ਆਉਂਦੇ। ਇਸੇ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਦੱਸਦੇ ਨੇ ਕਿ ਬੜੇ ਕਾਰਨ ਨੇ ਜੋ ਇਹ ਸਰੀਰ ਤਿਆਗਣ ਦੇ ਅਸਾਂ ਜਾਣੇ ਹਨ। ਗਏ ਲਾਹੌਰ ਸਰਬ ਹੀ ਬਣੇ। ਇਹ ਤੇ ਲਾਹੌਰ ਜਾਣ ਤੇ ਹੀ ਸਾਰੇ ਕਾਰਜ ਬਣਨੇ ਹਨ, ਜੋ ਲਾਹੌਰ ਜਾਣ ਤੋਂ ਬਗੈਰ ਸਰਨੇ ਨਹੀਂ ਹਨ। ਬ੍ਰਿਥਾ ਨਾ ਹੋਏ ਵਿਚਾਰੋ ਆਪ। ਇਸ ਤਰ੍ਹਾਂ ਬੜੇ ਪਿਆਰ ਦੇ ਨਾਲ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਸਾਰੀ ਗੱਲ ਸਮਝਾਉਂਦੇ ਨੇ ਕਿ ਵੇਖੋ ਕਿਤਨੇ ਸਮੇਂ ਤੋਂ ਸਾਜ਼ਿਸ਼ੀਆਂ ਨੇ ਆਪਣੀਆਂ ਸਾਜ਼ਿਸ਼ਾਂ ਰਚੀਆਂ ਨੇ। ਕਾਨਾ ਪੀਲੂ ਛੱਜੂ ਸ਼ਾਹ ਹੁਸੈਨ ਵਰਗੇ ਜਿਹੜੇ ਆਪਣੀ ਕਵਿਤਾ ਨੂੰ ਦਰਜ ਕਰਾਉਣ ਵਾਸਤੇ ਆਏ, ਸਤਿਗੁਰੂ ਪਾਤਸ਼ਾਹ ਨੇ ਉਹਨਾਂ ਦੀ ਰਚਨਾ ਪ੍ਰਵਾਨ ਨਹੀਂ ਕੀਤੀ। ਉਹਨਾਂ ਵੀ ਸਾਜ਼ਿਸ਼ਾਂ ਘੜੀਆਂ ਸੀ, ਕਈਆਂ ਨੇ ਜਿਨ੍ਹਾਂ ਦਾ ਵਸ ਚੱਲਿਆ। ਇਸੇ ਤਰ੍ਹਾਂ ਜਿਹੜੇ ਜਾਤ ਅਭਿਮਾਨੀ ਲੋਕਾਂ ਤੇ ਜਾਤ ਦੇ ਆਧਾਰ ਤੇ ਵਿਤਕਰੇ ਕਰਦੇ ਆਏ, ਉਹਨਾਂ ਵੀ ਇਸ ਤਰੀਕੇ ਦੀ ਸਾਜ਼ਿਸ਼ ਘੜੀ। ਵੇਖੋ ਗੁਰੂ ਨਾਨਕ ਦਾ ਘਰ ਇੱਥੇ ਪੰਗਤ ਦੇ ਵਿੱਚ ਬਿਨਾਂ ਜਾਤ ਗੋਤ ਦੇ ਵਿਤਕਰੇ ਤੇ ਸਾਰਿਆਂ ਨੂੰ ਇੱਕ ਸਮਾਨ ਬਿਠਾਇਆ ਜਾਂਦਾ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੰਦਰ ਸਰੂਪ ਹੈ ਜਿਹਦੇ ਅੰਦਰ ਉਹਨਾਂ ਨੇ ਬਿਨਾਂ ਕਿਸੇ ਜਾਤ ਗੋਤ ਦੇ ਵਿਤਕਰੇ ਦੇ ਸਾਰਿਆਂ ਨੂੰ ਹੀ ਬਰਾਬਰ ਦਾ ਸਨਮਾਨ ਦਿੱਤਾ ਹੈ। ਕੋਈ ਊਚ ਨੀਚ ਨਹੀਂ ਵਿਚਾਰੀ। ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਹਨ ਜੋ ਬਿਨਾਂ ਜਾਤ ਗੋਤ ਧਰਮ ਰੰਗ ਨਸਲ ਵਿਤਕਰੇ ਦੇ ਸਭ ਨੂੰ ਹੀ ਮਾਣ ਬਖਸ਼ਦੇ ਨੇ। ਇਹ ਜਿਹੜਾ ਬਣਦਾ ਹੋਇਆ ਮਾਣ ਦੁਨੀਆ ਨੂੰ ਮਿਲਦਾ ਸੀ, ਜਿਹੜੇ ਲੋਕੀ ਜਾਤ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਪਖੰਡਾਂ ਦੇ ਰਾਹੀਂ ਕਰਮਕਾਂਡਾਂ ਦੇ ਰਾਹੀਂ ਜਗਤ ਨੂੰ ਉਲਝਾ ਕੇ ਰੱਖ ਰਹੇ ਸੀ, ਉਹ ਸਾਰੇ ਹੀ ਤੇ ਸ਼ਿਕਾਇਤਾਂ ਕਰਦੇ ਸਨ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਹੁਣ ਇਹ ਕੋਈ ਵਿਅਰਥ ਨਹੀਂ, ਇਹ ਜਿਹੜੀਆਂ ਸ਼ਿਕਾਇਤਾਂ ਬੜਿਆਂ ਕੀਤੀਆਂ ਸਾਜ਼ਿਸ਼ਾਂ ਘੜੀਆਂ ਨੇ
ਤੇ ਬਾਬਾ ਬੁੱਢਾ ਸਾਹਿਬ ਕਹਿੰਦੇ ਹੁਣ ਤੁਸੀਂ ਵਿਚਾਰ ਨਾ ਕਰੋ, ਇਹ ਵੀ ਸਾਡੇ ਹੁਣ ਸਰੀਰ ਤਿਆਗਣ ਪਿੱਛੇ ਵੱਡੇ ਕਾਰਨ ਹਨ। ਸ਼ਤਰਨ ਕਰਤੇ ਛੁਟਨ ਸਰੀਰ। ਕਹਿਣ ਲੱਗੇ ਅਸਲ ਦੇ ਵਿੱਚ ਨਾ ਇਹ ਖੇਡ ਰਚ ਰਹੇ ਆ ਕਿ ਜਿਵੇਂ ਸ਼ਤਰੂ ਨੇ ਨਾ, ਉਹਨਾਂ ਦੇ ਹੱਥੀਂ ਇਹ ਸਰੀਰ ਰੂਪੀ ਭਾਂਡਾ, ਜਿਵੇਂ ਇਹ ਠੀਕਰਾ ਜਦੋਂ ਭੰਨਿਆ ਜਾਵੇਗਾ, ਪਲਟਿਓ ਲੇਖ ਹਰ ਗੋਬਿੰਦ ਧੀਰ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਦੇ ਵਿੱਚ ਫਿਰ ਨਵੇਂ ਜਾਮੇ ਦੇ ਵਿੱਚ, ਨਵੇਂ ਸਰੀਰ ਦੇ ਵਿੱਚ ਆ ਕਰਕੇ ਅਸੀਂ ਟਿਕਾਂਗੇ। ਇਹਨਾਂ ਜ਼ਾਲਮਾਂ ਨੂੰ ਸ਼੍ਰੀ ਹਰਗੋਬਿੰਦ ਜੀ ਮਹਾਰਾਜ ਇਹਨਾਂ ਦੀ ਦੁਸ਼ਟਤਾਈ ਦੇ ਰੂਪ ਦੇ ਵਿੱਚ ਯੋਗ ਸਜ਼ਾਵਾਂ ਦੇਣਗੇ। ਸਭ ਸੰਗਤ ਕੋ ਗੁਰ ਇਹ ਭਾਰੀ। ਭਾਵ ਦੁਸ਼ਟਾਂ ਨੂੰ ਸਿੱਧੇ ਰਸਤੇ ਪਾਉਣਗੇ ਤੇ ਇਹ ਸੰਗਤ ਦੇ ਵਿੱਚ ਭਾਰੀ ਗੁਰੂ ਹੋ ਕਰਕੇ ਜਗਤ ਵਿੱਚ ਪ੍ਰਗਟ ਹੋਣਗੇ। ਅੱਜ ਸਾਰਾ ਸੰਸਾਰ ਛੇਵੇਂ ਪਾਤਸ਼ਾਹ ਦਾ ਜਦੋਂ ਵੀ ਪਿਆਰ ਸਤਿਕਾਰ ਨਾਲ ਸੀਸ ਝੁਕਾਉਂਦਾ ਏ, ਤੇ ਭਾਈ ਗੁਰਦਾਸ ਜੀ ਦੇ ਬਚਨਾਂ ਅਨੁਸਾਰ ਇਵੇਂ ਹੀ ਆਪਾਂ ਸਾਰੇ ਕਹਿੰਦੇ ਆ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਤੇ ਆਰੰਭ ਵਿੱਚ ਇਹ ਬਚਨ ਪੜ੍ਹਦੇ ਆ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਇਹ ਭਾਰੀ ਗੁਰੂ ਹੋ ਕਰਕੇ ਸਾਹਿਬ ਕਹਿੰਦੇ ਸੰਗਤ ਦੇ ਵਿੱਚ ਸਤਕਾਰੇ ਜਾਣਗੇ। ਹੋਏ ਸਹਾਇਕ ਪਰਉਪਕਾਰੀ। ਇਹ ਸਭ ਦੇ ਸਹਾਇਕ ਹੋਣਗੇ, ਇਹ ਪਰਉਪਕਾਰੀ ਹੋਣਗੇ। ਕੇਵਲ ਇਹ ਨਹੀਂ ਕਿ ਜਿੱਥੇ ਇਹ ਸ਼ਸਤਰ ਧਾਰਨ ਕਰਨਗੇ। ਅੱਜ ਤੱਕ ਸ਼ਸਤਰ ਧਾਰਨ ਕਰਨ ਵਾਲਿਆਂ ਦੇ ਹੱਥੋਂ ਜ਼ੁਲਮ ਹੁੰਦਾ ਲੋਕਾਂ ਵੇਖਿਆ। ਜਿਹਦੇ ਹੱਥ ਵਿੱਚ ਸ਼ਸਤਰ ਹੈ ਉਹ ਲੋਕਾਂ ਤੇ ਅਤਿਆਚਾਰ ਕਰਦਾ ਵੇਖਿਆ ਹੈ। ਪਰ ਪਹਿਲੀ ਵਾਰ ਹੋਏਗਾ ਜਿਨ੍ਹਾਂ ਦੇ ਹੱਥ ਵਿੱਚ ਸ਼ਸਤਰ ਹੋਣਗੇ ਤੇ ਵੱਡ ਯੋਧਾ, ਜਿੱਥੇ ਯੋਧੇ ਹੋਣਗੇ, ਬਲਵਾਨ ਹੋਣਗੇ, ਸੂਰਮੇ ਹੋਣਗੇ। ਕਿਉਂਕਿ ਜਿਹਦੇ ਕੋ ਵੀ ਤਾਕਤ ਅੱਜ ਤੱਕ ਵੇਖੀ ਸੀ ਨਾ ਲੋਕਾਂ ਨੇ, ਉਹ ਤਾਕਤ ਵਾਲਾ ਜ਼ੁਲਮ ਕਰਦਾ ਵੇਖਿਆ, ਪਰਉਪਕਾਰ ਕਰਦਾ ਨਹੀਂ ਸੀ ਵੇਖਿਆ। ਕਹਿੰਦੇ ਫਿਰ ਇਹ ਪਰਉਪਕਾਰੀ ਸਤਿਗੁਰੂ ਹੋਣਗੇ, ਵੱਡ ਯੋਧਾ ਬਹੁ ਪਰਉਪਕਾਰੀ ਹੋਣਗੇ। ਕਾਜ ਸੁਧਾਰਨਗੇ ਇਹ ਘਣੋ। ਤੇ ਭਾਰੀ ਗੁਰੂ ਹੋ ਕਰਕੇ ਜਗਤ ਦੇ ਵੱਡੇ ਵੱਡੇ ਇਹ ਕਾਰਜ ਸੁਧਾਰਨਗੇ, ਸਫਲ ਕਰਨਗੇ। ਧਰਿਓ ਸਰੀਰ ਵੀਰ ਰਸ ਮਨੋ। ਮਨ ਹੁਣ ਵੀਰ ਰਸ ਨੇ ਹੀ ਇਹਨਾਂ ਦੇ ਰੂਪ ਦੇ ਵਿੱਚ ਸਰੀਰ ਧਾਰਨ ਕੀਤਾ ਹੈ। ਹਮ ਤਜ ਹੈ ਤੁਰਕਨ ਸਿਰ ਹੋਏ। ਅਸੀਂ ਜਿਹੜਾ ਇਹ ਸਰੀਰ ਤਿਆਗਾਂਗੇ, ਇਹ ਜਿਹੜਾ ਦੋਸ਼ ਹੈ ਤੁਰਕਾਂ ਦੇ ਸਿਰ ਜਾਵੇਗਾ। ਇਨ ਕੋ ਤੇਜ ਕਰਹਿ ਸ਼ੈ ਜੋਏ। ਤੇ ਜਿਹੜਾ ਇਹ ਜਗਤ ਤੇ ਜ਼ੁਲਮ ਕਰਦੇ ਨੇ, ਜਿਹੜੀ ਇਹਨਾਂ ਨੇ ਤਾਕਤ ਪ੍ਰਾਪਤ ਕੀਤੀ ਹੈ, ਇਸ ਸ਼ਹਾਦਤ ਦੇ ਰਾਹੀਂ ਇਹ ਸੀਸ ਇਹ ਜਦੋਂ ਅਸੀਂ ਦੇਵਾਂਗੇ ਤੇ ਇਹ ਤੁਰਕਾਂ ਦਾ ਤੇਜ ਪ੍ਰਤਾਪ ਬਲ ਘਟ ਜਾਵੇਗਾ। ਸ੍ਰੀ ਨਾਨਕ ਕੀ ਬਖਸ਼ਿਸ਼ ਭਾਰੇ। ਕਿਉਂਕਿ ਇਹ ਸਾਰੇ ਜਗਤ ਤੇ ਗੁਰੂ ਨਾਨਕ ਸਾਹਿਬ ਦੀ ਬੜੀ ਭਾਰੀ ਬਖਸ਼ਿਸ਼ ਹੈ। ਸਿਰ ਦੇ ਕਰ ਛੀਨੈ ਹਮ ਸਾਰੀ। ਰਹਿਮਤਾਂ ਗੁਰੂ ਨਾਨਕ ਸਾਹਿਬ ਦੀਆਂ ਕਿਸੇ ਦੇ ਪੂਰਬਲੇ ਭਾਗ ਜਾਗਦੇ ਨੇ, ਤਪ ਤੋਂ ਰਾਜ ਪ੍ਰਾਪਤ ਹੁੰਦਾ। ਰਾਜ ਪ੍ਰਾਪਤ ਕਰਕੇ ਜਦੋਂ ਕੋਈ ਜ਼ੁਲਮ ਕਰਨ ਲੱਗ ਪਏ, ਹੰਕਾਰ ਧਾਰਨ ਕਰ ਲਏ, ਫਿਰ ਤਪੋਂ ਨਰਕ ਵਾਲੇ ਪਾਸੇ ਹੀ ਤੁਰਦਾ। ਇਹ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੋਈ, ਰਹਿਮਤ ਹੋਈ। ਕਿਤੇ ਵੱਡਿਆਂ ਨੇ ਕਿਤੇ ਸੇਵਾ ਕਰਕੇ ਦਾਤ ਲੈ ਲਈ ਹੈ, ਇਹ ਸਿਰ ਦੇ ਕਰਕੇ ਇਹਨਾਂ ਦਾ ਤੇਜ ਪ੍ਰਤਾਪ ਘਟਾ ਕੇ ਸਾਰੀ ਬਖਸ਼ਿਸ਼ ਇਹਨਾਂ ਤੋਂ ਲੈ ਲਵਾਂਗੇ। ਅਪਰ ਉਪਾਉ ਲੀਨ ਕੋ ਨਾਹੀ। ਇਹ ਸੀਸ ਦਿੱਤੇ ਬਗੈਰ ਇਹ ਗੱਲ ਬਣਨੀ ਨਹੀਂ ਹੈ। ਜਿਸ ਤੇ ਤੁਰਕ ਤੇਜ ਬਿਨ ਸਾਹੀ। ਤੇ ਤੁਰਕਾਂ ਦਾ ਤੇਜ ਖਤਮ ਕਰਨ ਵਾਸਤੇ ਸਿਰ ਦੇਣਾ ਇਹ ਯੋਗ ਬਣਦਾ ਹੈ। ਅਪਰ ਸਕਲ ਕਾਰਜ ਬਣ ਰਹੇ। ਹੋਰ ਅਨੇਕਾਂ ਜਿਹੜੇ ਸਕਲ ਕਾਰਜ ਦੁਨੀਆ ਦੇ ਵਿੱਚ ਵਿਚਰਦੇ ਆ, ਹੋਰ ਅਨੇਕਾਂ ਬਣਦੇ ਹਨ। ਕੌਣ ਬਿਗਨ ਕਰ ਸਕ ਹੈ ਲਹੇ। ਹੋਰ ਕੋਈ ਐਸਾ ਯਤਨ ਨਹੀਂ, ਕੋਈ ਐਸਾ ਤਰੀਕਾ ਨਹੀਂ ਕਿ ਇਸ ਕਾਰਜ ਤੋਂ ਬਗੈਰ ਕੋਈ ਇਹਨਾਂ ਤੁਰਕਾਂ ਦਾ ਤੇਜ ਪ੍ਰਤਾਪ ਘਟਾਵੇ। ਕਿਉਂਕਿ ਸ਼ਹਾਦਤਾਂ ਦਿੱਤਿਆਂ ਹੀ ਅਸਲ ਦੇ ਵਿੱਚ ਕੌਮਾਂ ਵੱਧਦੀਆਂ ਨੇ, ਫੁੱਲਦੀਆਂ ਨੇ। ਕੁਰਬਾਨੀ ਤੋਂ ਬਗੈਰ ਜਿਉਂਦੀਆਂ ਨਹੀਂ ਹੈ ਕੌਮਾਂ। ਤੇ ਸੱਚ ਇਹ ਹੈ, ਇਹ ਕੁਰਬਾਨੀ ਦਾ ਜਜ਼ਬਾ ਪੈਦਾ ਕਰਨਾ ਸੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ। ਕਹਿੰਦੇ ਇਸ ਕਰਕੇ ਹੋਰ ਕੋਈ ਕਾਰਜ ਨਹੀਂ ਬਣਦਾ ਕਿ ਇਹ ਤੁਰਕਾਂ ਦਾ ਜ਼ੁਲਮ ਕਰਨ ਵਾਲਾ ਜਿਹੜਾ ਰਾਜ ਅਗਰ ਖਤਮ ਕਰਨਾ ਹੈ ਤੇ ਇਹ ਕੇਵਲ ਇਹੋ ਹੀ ਤਰੀਕਾ ਹੈ। ਇਸੇ ਢੰਗ ਦੇ ਨਾਲ ਇਸ ਸ਼ਹਾਦਤ ਰਾਹੀਂ ਹੀ ਇਹ ਕਾਰਜ ਸਫਲ ਕੀਤਾ ਜਾ ਸਕਦਾ ਹੈ। ਦੀਨ ਦੁਨੀ ਕੋ ਰਾਜ ਵਿਸਾਲਾ। ਬਾਕੀ ਇਹ ਗੁਰੂ ਨਾਨਕ ਦਾ ਘਰ ਹੈ, ਬੜੀ ਵੱਡੀ ਬਖਸ਼ਿਸ਼ ਹੈ, ਜਿਸ ਦਰ ਘਰ ਦੇ ਵਿੱਚ ਦੀਨ ਤੇ ਦੁਨੀ ਦਾ ਵੱਡਾ ਰਾਜ ਭਾਗ ਹੈ। ਸ੍ਰੀ ਸਤਿਗੁਰ ਕੇ ਘਰ ਸਭ ਕਾਲਾ। ਗੁਰੂ ਨਾਨਕ ਦੇ ਘਰ ਦੇ ਵਿੱਚ ਦੀਨ ਦਾ ਵੀ ਤੇ ਦੁਨੀ ਦਾ ਵੀ, ਹਰ ਪੱਖ ਦਾ, ਲੋਕ ਤੇ ਪਰਲੋਕ ਦਾ ਰਾਜ ਭਾਗ, ਹਰ ਵਕਤ ਹੀ ਇਹ ਬਖਸ਼ਿਸ਼ਾਂ ਗੁਰੂ ਨਾਨਕ ਦੇ ਘਰ ਵਿੱਚ ਰਹਿੰਦੀਆਂ ਹਨ। ਪਰਮੇਸ਼ਰ ਕੀ ਬਖਸ਼ਿਸ਼ ਮਹਾ। ਤੇ ਜਿਹਦੇ ਤੇ ਪਰਮੇਸ਼ਰ ਦੀ ਵੱਡੀ ਮਹਾਨ ਬਖਸ਼ਿਸ਼ ਹੋ ਸਕੇ, ਕੌਣ ਮਿਟਾ
ਦੀਨ ਦੁਨੀ ਦੀਆਂ ਇਹ ਦੋਨੋਂ ਤਾਕਤਾਂ ਗੁਰੂ ਨਾਨਕ ਦੇ ਘਰ ਦੇ ਵਿੱਚ, ਜਿਹਨੂੰ ਅੱਜ ਅਸੀਂ ਭਗਤੀ ਸ਼ਕਤੀ ਮੀਰੀ ਤੇ ਪੀਰੀ ਦੇ ਰੂਪ ਵਿੱਚ ਜਾਣਦੇ ਹਾਂ, ਇਹ ਦੋਵੇਂ ਤਾਕਤਾਂ ਦੀ ਗੱਲ ਸਤਿਗੁਰੂ ਕਹਿੰਦੇ ਨੇ। ਫਿਰ ਇਹਨੂੰ ਕੌਣ ਹੈ ਦੁਨੀਆ ਦੀ ਤਾਕਤ? ਇਹਨਾਂ ਦੋਵਾਂ ਤਾਕਤਾਂ ਨੂੰ ਕੋਈ ਮਿਟਾ ਸਕੇ, ਕਿਸੇ ਕੋਲ ਇੰਨੀ ਸਮਰੱਥਾ ਨਹੀਂ ਹੈ। ਹੋਏ ਪ੍ਰਸੰਨ ਸ੍ਰੀ ਨਾਨਕ ਦੀਨ। ਇਹ ਜਿਹੜੀਆਂ ਦੀਨ ਤੇ ਦੁਨੀਆ ਰਾਜ ਜੋਗ, ਇਹ ਗੁਰੂ ਨਾਨਕ ਦੇ ਬਖਸ਼ਿਸ਼ ਦੇ ਸਦਕਾ ਗੁਰੂ ਨਾਨਕ ਸਾਹਿਬ ਨੇ ਪ੍ਰਸੰਨ ਹੋ ਕਰਕੇ ਇਹ ਰਾਜ ਤੇ ਜੋਗ, ਭਗਤੀ ਤੇ ਸ਼ਕਤੀ, ਮੀਰੀ ਤੇ ਪੀਰੀ, ਇਹ ਦੀਨ ਤੇ ਦੁਨੀ ਦੋਨੋਂ ਦੀਆਂ ਤਾਕਤਾਂ ਗੁਰੂ ਨਾਨਕ ਸਾਹਿਬ ਨੇ ਇਸ ਘਰ ਨੂੰ ਬਖਸ਼ੀਆਂ ਹਨ। ਨਾਨਕ ਤਿਨ ਝੂਠੇ ਕਰ ਲੈ ਹਮਸ਼ੀਨ। ਪਰ ਜਿਹੜੀ ਹੁਣ ਦੁਨਿਆਵੀ ਤਾਕਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਾਬਰ ਦੇ ਘਰ ਨੂੰ ਦਿੱਤੀ ਹੈ, ਭਾਵ ਕਿਉਂਕਿ ਜੋ ਕੁਝ ਵੀ ਸੰਸਾਰ ਵਿੱਚ ਕਿਸੇ ਨੂੰ ਮਿਲਿਆ, ਇੱਕ ਗੱਲ ਚੇਤੇ ਰੱਖਿਓ, ਗੁਰੂ ਨਾਨਕ ਸਾਹਿਬ ਨਿਰੰਕਾਰ ਦਾ ਰੂਪ ਨੇ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਗੁਰੂ ਨਾਨਕ ਸਾਹਿਬ ਨਿਰੰਕਾਰ ਸਰੂਪ ਨੇ। ਦੁਨੀਆ 'ਚ ਕਿਸੇ ਨੂੰ ਕੁਝ ਵੀ ਪ੍ਰਾਪਤ ਹੋਇਆ ਪਰਮੇਸ਼ਰ ਦੇ ਘਰ ਚੋਂ ਮਿਲਿਆ। ਆਪ ਜੀ ਇਹ ਬਚਨ ਪੜ੍ਹਦੇ ਹੋ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨ, ਹਰ ਦਾਤਾ ਤੇ ਕਹਿ। ਰੋਜ਼ ਅਸੀਂ ਚੇਤੇ ਵੀ ਕਰਦੇ ਹਾਂ, ਗੁਰੂ ਸਾਹਿਬ ਸਾਡੇ ਤੇ ਰਹਿਮਤ ਕਰੋ ਗੁਰਾ, ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਦਾਤਾ ਤੇ ਇੱਕ ਹੀ ਹੈ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਇੱਕੋ ਹੀ ਦਾਤਾ ਹੈ, ਇੱਕ, ਬਾਕੀ ਸਗ ਜਗਤ ਵਿੱਚ ਸਾਰੇ ਭਿਖਾਰੀ ਨੇ। ਜਦੋਂ ਦਾਤਾ ਇੱਕ ਹੈ, ਉਹ ਇੱਕ ਗੁਰੂ ਨਾਨਕ ਰੂਪ ਹੋ ਕੇ ਜਗਤ ਵਿੱਚ ਪ੍ਰਗਟ ਹੋਇਆ ਹੈ। ਇਸ ਕਰਕੇ ਇਹ ਬਖਸ਼ਿਸ਼, ਜੇ ਕਿਸੇ ਨੂੰ ਕੁਝ ਪ੍ਰਾਪਤ ਹੋਇਆ, ਵੱਖਰੀ ਗੱਲ ਹੈ ਕਿ ਦਾਤ ਲੈ ਕੇ ਲੋਕ ਭੁੱਲ ਜਾਣ, ਉਸ ਦਾਤੇ ਨੂੰ ਕਈ ਵਾਰ ਵਿਸਾਰ ਦਿੰਦੇ ਨੇ। ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤਾ ਭੁੱਲ ਜਾਂਦਾ ਹੈ। ਪਰ ਜਗਤ ਦੇ ਵਿੱਚ ਜੋ ਕੁਝ ਹੈ ਉਸ ਨਿਰੰਕਾਰ ਦੇ ਘਰੋਂ ਮਿਲਿਆ ਹੈ। ਉਹ ਦਾਤਾ ਇੱਕ ਹੈ ਤੇ ਉਹ ਦਾਤਾ ਗੁਰੂ ਨਾਨਕ ਰੂਪ ਹੋ ਕੇ ਪ੍ਰਗਟ ਹੋਇਆ ਹੈ। ਤੇ ਜਿਹੜੀਆਂ ਇਹ ਦਾਤਾਂ ਰਾਜ ਭਾਗ ਦੀਆਂ ਵੀ ਇਹਨਾਂ ਮੁਗਲਾਂ ਨੂੰ ਮਿਲੀਆਂ ਨੇ। ਕਹਿੰਦੇ ਇਸ ਤਰ੍ਹਾਂ ਸੀਸ ਵਾਰ ਕੇ, ਕਹਿੰਦੇ ਇਹਨਾਂ ਕੋਲੋਂ ਸਭ ਕੁਝ ਖੋਹ ਲਿਆ ਜਾਏਗਾ, ਤੇ ਜਿਹੜਾ ਕਿਤੇ ਇਹਨਾਂ ਨੂੰ ਬਖਸ਼ਿਸ਼ ਮਿਲੀ ਹੈ ਫਿਰ ਇਹਨਾਂ ਨੂੰ ਝੂਠੇ ਕਰ ਦਿੱਤਾ ਜਾਵੇਗਾ। ਇਤਿਆਦਿਕ ਸਤਿਗੁਰ ਸਮਝਾਏ। ਇਸ ਤਰ੍ਹਾਂ ਬੜੇ ਪਿਆਰ ਦੇ ਨਾਲ ਸਾਰੀ ਗੱਲਬਾਤ, ਸ਼ਹਾਦਤ ਦੇ ਕਾਰਨ ਜਿਹੜੇ ਸਨ, ਉਹ ਸਾਰੀ ਗੱਲ ਧੰਨ ਗੁਰੂ ਅਰਜਨ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੂੰ ਸਮਝਾਉਣੀ ਕੀਤੀ ਹੈ। ਨਿਜ ਗਾਦੀ ਪਰ ਪੁੱਤਰ ਬਿਠਾਏ। ਤੇ ਹੁਣ ਆਪਣੀ ਥਾਂ ਤੇ ਗੁਰਤਾ ਗੱਦੀ ਤੇ 6ਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਆਪਣੇ ਪੁੱਤਰ ਨੂੰ ਗੁਰਗੱਦੀ ਤੇ ਬਿਰਾਜਮਾਨ ਕੀਤਾ ਹੈ। ਦੋਹਰਾ ਸਾਹਿਬ ਬੁੱਢੇ ਨਿਕਟ ਤੇ ਕੁੰਕਮ ਮਲੈ ਕਸਾਏ, ਸੋਢੀ ਤੁਲ ਕੇ ਤਿਲਕ ਕੈ ਦੀਨੋ ਤਿਲਕ ਕਰਾਏ। ਹੁਣ ਬਾਬਾ ਬੁੱਢਾ ਸਾਹਿਬ ਉੱਠਦੇ ਹਨ। ਜਿਹੜੀ ਗੁਰਮਤ ਦੀ ਮਰਿਆਦਾ ਅਨੁਸਾਰ ਗੁਰਗੱਦੀ ਦੇਣ ਦੀ ਮਰਿਆਦਾ ਸੀ। ਜਿਵੇਂ ਰਾਮਕਲੀ ਸਦ ਬਾਣੀ ਅੰਦਰ ਆਪ ਜੀ ਪੜ੍ਹਦੇ ਹੋ, ਰਾਮਦਾਸ ਸੋਢੀ ਤਿਲਕ ਦਿਆ ਗੁਰ ਸ਼ਬਦ ਸੱਚ ਨਿਸ਼ਾਨ ਜਿਉ। ਇਸੇ ਤਰੀਕੇ ਦੇ ਨਾਲ ਜਿਹੜੀ ਤਿਲਕ ਦੇਣ ਦੀ ਮਰਿਆਦਾ ਹੈ, ਗੁਰਤਾ ਗੱਦੀ ਤੇ ਬਿਰਾਜਮਾਨ ਕਰਨ ਦੀ ਮਰਿਆਦਾ ਹੈ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਸਾਰੀ ਗੁਰਮਤ ਦੇ ਅਨੁਸਾਰ ਜਿਹੜੀ ਮਰਿਆਦਾ ਸੀ, ਉਹ ਤਿਲਕ ਦੇ ਕੇ ਗੁਰਤਾ ਗੱਦੀ ਦਾ ਟੀਕਾ ਲਾ ਕੇ, ਭਾਵ ਉਹ ਤਿਲਕ ਨਿਸ਼ਾਨੀ ਬਖਸ਼ਿਸ਼ ਕਰਕੇ ਗੁਰਮਰਿਆਦਾ ਅਨੁਸਾਰ ਸਾਰੀ ਵਿਧੀ ਨਿਭਾਉਣੀ ਕੀਤੀ ਹੈ। ਜਾਓ ਭਈ ਰਾਖੋ ਗੋਪ ਨਹੀਂ ਬਿਦਤਾਵੋ। ਇਸ ਤਰ੍ਹਾਂ ਜਦੋਂ ਗੁਰਮਰਿਆਦਾ ਨਿਭਾਈ ਗਈ ਬਾਬੇ ਬੁੱਢੇ ਸਾਹਿਬ ਦੇ ਵੱਲੋਂ, ਤੇ ਉਹ ਮਰਿਆਦਾ ਨਿਭਾਉਣ ਤੋਂ ਬਾਅਦ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਭਾਈ ਹੁਣ ਇਹ ਮਰਿਆਦਾ ਜਿਹੜੀ ਨਿਭਾਈ ਹੈ, ਜਿਹੜੀ ਗੁਰਤਾ ਗੱਦੀ ਅਸੀਂ ਬਖਸ਼ਿਸ਼ ਕੀਤੀ ਹੈ, ਕਿਸੇ ਤੋਂ ਲੁਕਾਉਣੀ ਨਹੀਂ। ਇਹ ਸਾਰੇ ਜਗਤ ਵਿੱਚ ਸਾਰੇ ਪਾਸੇ ਤੁਸਾਂ ਪ੍ਰਗਟ ਕਰਨੀ ਹੈ। ਰਾਖੋ ਗੋਪ ਨਹੀਂ ਬਿਦਤਾਵੋ। ਭਾਵ ਲੁਕਾ ਕੇ ਨਹੀਂ ਰੱਖਣੀ ਹੈ, ਇਸ ਨੂੰ ਛੁਪਾਉਣਾ ਨਹੀਂ ਹੈ, ਪ੍ਰਗਟ ਕਰਨਾ ਹੈ। ਸਭ ਸੰਗਤ ਕੋ ਸੀਖ ਸਿਖਾਵੋ। ਸਾਰੀ ਸੰਗਤ ਨੂੰ ਫਿਰ ਉੱਥੇ ਸਤਿਗੁਰ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਵੀ ਇਹ ਗੱਲ ਸਾਰੀ ਦੱਸਣੀ ਹੈ। ਮਮ ਸਰੂਪ ਸ੍ਰੀ ਹਰਗੋਬਿੰਦ। ਸਾਰੀ ਸੰਗਤ ਨੂੰ ਇਹ ਸਮਝਾਉਣਾ ਕੀਤਾ ਹੈ ਕਿ ਮੇਰਾ ਸਰੂਪ ਹੁਣ ਜਿਹੜਾ ਹੈ ਭਾਰੀ ਗੁਰੂ ਦੇ ਰੂਪ ਵਿੱਚ ਕੌਣ ਹੈ? ਪੰਜਵੇਂ ਪਾਤਸ਼ਾਹ ਦਾ ਸਰੂਪ, 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਹੁਣ ਗੁਰੂ ਅਰਜਨ ਸਾਹਿਬ 6ਵੇਂ ਜਾਮੇ ਦੇ ਰੂਪ ਵਿੱਚ ਵਿਚਰਨਾ ਸੀ। ਹੁਣ ਇਹ ਆਪਣਾ ਰੂਪ ਕਹਿੰਦੇ ਮੇਰਾ ਰੂਪ ਹੁਣ ਸ਼੍ਰੀ ਹਰਗੋਬਿੰਦ ਜੀ ਮਹਾਰਾਜ ਹੋਣਗੇ। ਜੋ ਜਾਣੈ ਸੋ ਲਹੈ ਆਨੰਦ। ਜਿਹੜਾ ਇਹਨਾਂ ਨੂੰ ਮੇਰਾ ਰੂਪ ਜਾਣੇਗਾ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਮੇਰਾ ਰੂਪ ਕਰਕੇ ਜਾਣੇਗਾ,
ਉਹ ਆਨੰਦ ਜੀਵਨ ਵਿੱਚ ਮਾਨਣਾ ਕਰੇਗਾ। ਹਮ ਪੀਛਾ ਦੀਜੈ ਦਸਤਾਰ। ਇਸ ਤਰ੍ਹਾਂ ਸਿੱਖਾਂ ਨੂੰ ਕਹਿੰਦੇ ਸਾਰੇ ਪਾਸੇ ਇਹ ਵਿਧੀ ਜਿਹੜੀ ਨਿਭਾਉਣੀ ਹੈ। ਕਹਿੰਦੇ ਜਦੋਂ ਅਸੀਂ ਚਾਹਾਂਗੇ ਸ਼ਹਾਦਤ ਦੇਣ ਵਾਸਤੇ, ਸਾਡੇ ਤੋਂ ਪਿੱਛੋਂ ਇਹਨਾਂ ਨੂੰ ਦਸਤਾਰਬੰਦੀ ਕਰਕੇ ਇਹ ਵਿਧੀ ਅਨੁਸਾਰ ਮਰਿਆਦਾ ਤੁਸਾਂ ਨਿਭਾਉਣੀ ਹੈ। ਸਭ ਬਿਦ ਕਰੋ ਮੰਗਲਾਚਾਰ। ਇਸ ਕਰਕੇ ਭਾਈ ਹਰ ਤਰੀਕੇ ਨਾਲ ਖੁਸ਼ੀ ਮਨਾਉਣੀ ਹੈ। ਭਾਵ ਕਿਸੇ ਤਰੀਕੇ ਦੇ ਨਾਲ ਵੈਰਾਗ ਨਹੀਂ ਇਹ ਧਾਰਨ ਕਰਨਾ ਹੈ। ਭਾਵ ਆਨੰਦ ਵਿੱਚ ਰਹਿਣਾ। ਸਭ ਪਰਮੇਸ਼ਰ ਦੇ ਭਾਣੇ ਵਿੱਚ ਇਹ ਕਾਰਜ ਹੋ ਰਹੇ ਹਨ। ਸਰਬ ਮਸੰਦ ਸੰਗਤਾਂ ਸਾਰੀ। ਜਿਹੜੀਆਂ ਸੰਗਤਾਂ ਨੇ ਸਾਰੇ ਮਸੰਦ ਆਦਿਕ ਜਿਤਨੇ ਸਨ, ਲਿਖੋ ਹੁਕਮ ਸਭ ਲਿਖੋ ਹਕਾਰੀ। ਉਹਨਾਂ ਦੀ ਬਾਬਤ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਨੇ ਸਾਡੇ ਵੱਲੋਂ ਹੁਕਮਨਾਮਾ ਲਿਖਣਾ ਕਰੋ। ਤੇ ਸਾਰਿਆਂ ਨੂੰ ਹੁਕਮਨਾਮਾ ਲਿਖ ਕੇ ਤੁਸੀਂ ਸਾਰਿਆਂ ਨੂੰ ਇੱਥੇ ਬੁਲਾਉਣਾ ਕਰੋ। ਚੌਂ ਦਿਸ਼ ਕੋ ਹੋਏ ਮੇਲ ਵਿਸਾਲਾ। ਜਿਸ ਤਰ੍ਹਾਂ ਫਿਰ ਸਾਰੇ ਮਸੰਦ ਸਿੱਖ ਸੰਗਤਾਂ ਦੇਸ਼ ਵਿਦੇਸ਼ ਤੋਂ ਬਹੁਤ ਵੱਡੇ ਪੱਧਰ ਤੇ ਇੱਥੇ ਇਕੱਠੀਆਂ ਹੋ ਜਾਣਗੀਆਂ। ਵੱਡਾ ਮੇਲ ਜਦੋਂ ਅੰਮ੍ਰਿਤਸਰ ਹੋਵੇਗਾ, ਤਖਤ ਬਿਠਾਵੋ ਤੁਮ ਤਿਸ ਕਾਲਾ। ਉਸ ਵਕਤ ਸ਼੍ਰੀ ਹਰਗੋਬਿੰਦ ਜੀ ਨੂੰ ਤੁਸੀਂ ਤਖਤ ਦੇ ਉੱਪਰ ਬਿਰਾਜਮਾਨ ਕਰਨਾ ਹੈ। ਹੁਣ ਇਹ ਤਖਤ ਦੇ ਉੱਪਰ ਸੱਜਣਗੇ। ਇਹ ਪਾਤਸ਼ਾਹ ਮਹਾਰਾਜ ਜਿਸ ਥਾਂ ਤੇ ਅੱਜ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਥਾਨ ਹੈ, ਅੱਜ ਇਹ ਦਾਤੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਨੇ ਪਹਿਲਾਂ ਹੀ ਇਹ ਬਚਨ ਕਰ ਦਿੱਤੇ ਸਨ। ਨਿਜ ਸਹਾਇਤਾ ਚਾਹੇ ਨਾ ਧਰੈ। ਹੁਣ ਇਹ ਤਖਤ ਦੇ ਉੱਪਰ ਬਿਰਾਜਮਾਨ ਹੋਣਗੇ, ਭਾਰੀ ਗੁਰੂ ਹੋ ਕਰਕੇ ਬਿਰਾਜਮਾਨ ਹੋਣਗੇ, ਸ਼ਸਤਰ ਧਾਰੀ ਹੋਣਗੇ, ਭਗਤੀ ਸ਼ਕਤੀ ਦਾ ਸੁਮੇਲ ਹੋਣਗੇ, ਪਰ ਇਹ ਕਿਸੇ ਦੇ ਕੋਲੋਂ ਸਹਾਇਤਾ ਨਹੀਂ ਮੰਗਣਗੇ। ਭਾਵ ਜੇ ਆਪਣੀ ਸਹਾਇਤਾ ਦੀ ਲੋੜ ਹੋਵੇ ਇਹ ਕਿਸੇ ਵੱਲ ਨਹੀਂ ਦੇਖਣਗੇ। ਪਹਿਲਾਂ ਕੀ ਹੋਇਆ ਕਰਦਾ ਸੀ, ਇੱਕ ਪਾਸੇ ਸੰਤ ਤੇ ਦੂਜੇ ਪਾਸੇ ਸਿਪਾਹੀ, ਦੋਵੇਂ ਹੀ ਆਪਣੇ ਆਪ 'ਚ ਅਧੂਰੇ ਸੀ। ਸੰਤ ਪ੍ਰਮਾਤਮਾ ਦੀ ਭਗਤੀ ਕਰਦਾ ਹੈ, ਬੰਦਗੀ ਕਰਦਾ, ਨਾਮ ਜਪਦਾ ਸੀ, ਤੇ ਕਈ ਵਾਰ ਜਦੋਂ ਉਹਦੇ ਤੇ ਕਸ਼ਟ ਪੈਂਦਾ ਤੇ ਜ਼ਾਲਮ ਆ ਕੇ ਉਹਦੀ ਗਰਦਨ ਲਾ ਕੇ ਲੈ ਜਾਂਦਾ। ਉਹਨੂੰ ਆਪਣੀ ਰੱਖਿਆ ਵਾਸਤੇ ਸਿਪਾਹੀ ਕੋ ਤੇ ਰਾਜੇ ਕੋ ਜਾ ਕੇ ਫਰਿਆਦ ਕਰਨੀ ਪੈਂਦੀ ਸੀ, ਮੇਰੀ ਭਗਤੀ 'ਚ ਵਿਘਨ ਪੈਂਦਾ ਹੈ, ਮੇਰੀ ਰੱਖਿਆ ਕੀਤੀ ਜਾਵੇ, ਕਿਤੇ ਕੋਈ ਮੇਰੀ ਭਗਤੀ 'ਚ ਵਿਘਨ ਨਾ ਪਾ ਦੇਵੇ। ਉਹ ਰਾਜੇ ਕੋਲ ਜਾ ਕੇ, ਸਿਪਾਹੀਆਂ ਕੋਲ ਜਾ ਕੇ ਮਦਦ ਮੰਗਦਾ ਸੀ। ਪਰ ਸਾਹਿਬ ਕਹਿੰਦੇ ਹੁਣ ਐਸਾ ਨਹੀਂ ਹੋਏਗਾ ਜਿੱਥੇ ਸੰਤ ਸਰੂਪ ਹੋ ਕੇ ਭਗਤੀ ਕੀਤੀ ਜਾਵੇ, ਕਿਤੇ ਭਗਤੀ ਕਰਦਿਆਂ ਕੋਈ ਜ਼ਾਲਮ ਗਰਦਨ ਨਾ ਲੈ ਜਾਵੇ। ਸੰਤ ਤੇ ਸਿਪਾਹੀ ਦਾ ਸੁਮੇਲ ਨਾਲ ਹੋਏਗਾ ਤਾਂ ਕਿ ਕੋਈ ਗਰਦਨ ਨਾ ਲਾ ਸਕੇ, ਉੱਥੇ ਆਪਣੀ ਰਾਖੀ ਕਰਨ ਦੇ ਵੀ ਸਮਰੱਥ ਬਣਨਾ। ਇਹ ਗੁਰੂ ਸਾਹਿਬ ਕਹਿੰਦੇ ਇਹ ਆਪਣੀ ਸਹਾਇਤਾ ਆਪ ਕਰਨ ਵਾਲੇ ਇਸ ਤਰੀਕੇ ਦੇ ਹੋਣਗੇ। ਆਪਰਨ ਕੇ ਸਹਾਏ ਇਹ ਕਰੈ। ਕੇਵਲ ਆਪਣੀ ਸਹਾਇਤਾ ਹੀ ਨਹੀਂ ਕਰਨਗੇ ਬਲਕਿ ਦੂਜਿਆਂ ਦੀ ਸਹਾਇਤਾ ਕਰਨ ਦੇ ਵੀ ਸਮਰੱਥ ਹੋਣਗੇ। ਆ ਜਿਹੜਾ ਸ਼ਸਤਰ ਸਾਨੂੰ ਬਖਸ਼ਿਆ ਨਾ ਦਾਤਾ ਜੀ ਨੇ, ਲੋਕ ਕਹਿੰਦੇ ਜੀ ਤਲਵਾਰ ਹੈ, ਚੱਕੂ ਹੈ, ਕੀ ਹੈ, ਪਰ ਅਸੀਂ ਪਿਆਰ ਨਾਲ ਸਮਝਾਈਦਾ ਨਾ ਭਾਈ, ਸਿੱਖ ਦੇ ਹੱਥ ਵਿੱਚ ਤੇ ਕਿਰਪਾਨ ਹੀ ਹੁੰਦੀ ਹੈ। ਇਹਨੂੰ ਇਹ ਹੋਰ ਸ਼ਬਦ ਨਾ ਬੋਲਿਆ ਕਰੋ। ਕਾਰਨ ਕਿਉਂਕਿ ਕਿਰਪਾਨ ਸ਼ਬਦ ਇਹ ਦੱਸਦਾ ਕਿਰਪਾ, ਕਿਸੇ ਗਰੀਬ ਮਜਲੂਮ ਦੀ ਰਾਖੀ ਵਾਸਤੇ ਕਿਰਪਾ, ਕਿਸੇ ਦੀ ਰਾਖੀ। ਆਨ ਬਾਨ ਸ਼ਾਨ, ਫਿਰ ਆਨ ਆਪਣੀ ਰੱਖਿਆ, ਆਪਣੀ ਵੀ ਰੱਖਿਆ ਤੇ ਦੂਜੇ ਦੀ ਵੀ ਰੱਖਿਆ ਕਰਨ ਦੇ ਸਮਰੱਥ ਬਣਾ। ਇਹ ਗੁਰੂ ਨਾਨਕ ਦੇ ਘਰ ਦੀ ਵਿਚਾਰਧਾਰਾ। ਕਹਿੰਦੇ ਹੁਣ ਇਹ ਆਪਣੀ ਸਹਾਇਤਾ ਕਰਨ ਦੇ ਵੀ ਸਮਰੱਥ ਹੋਣਗੇ, ਕਿਸੇ ਕੋ ਜਾਚਨਾ ਨਹੀਂ ਕਰਨਗੇ। ਇਹ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਬਣ ਜਾਏਗੀ, ਬਲਕਿ ਇਹ ਦੂਜਿਆਂ ਦੀ ਵੀ ਸਹਾਇਤਾ ਕਰਨ ਵਿੱਚ ਸਮਰੱਥ ਹੋਣਗੇ। ਜਿਮ ਕਹਿ ਪਰਮ ਪ੍ਰੇਮ ਕੋ ਕਰਮਨ। ਇਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਨੇ ਸਾਰੀ ਮਰਿਆਦਾ ਜਿਹੜੀ ਸੀ ਸਮਝਾਉਣੀ ਕੀਤੀ, ਸਾਰਾ ਉਪਦੇਸ਼ ਦਿੱਤਾ, ਤੇ ਪ੍ਰੇਮ ਦੇ ਸਹਿਤ ਜਿਨ੍ਹਾਂ ਦਾ ਹਿਰਦਾ ਭਰਿਆ ਹੈ, ਲਵਰੇਜ ਹੈ ਸਤਿਗੁਰਾਂ ਦਾ। ਸਿੱਖਿਆ ਦੇਤ ਭਏ ਸ਼੍ਰੀ ਅਰਜਨ। ਸਾਰਿਆਂ ਨਾਲ ਪਿਆਰ ਕਰਨ ਵਾਲੇ, ਜਿਨ੍ਹਾਂ ਦੇ ਬੋਲ ਪੜ੍ਹਦਿਆਂ ਨਾ ਕੋ ਬੈਰੀ ਨਹੀਂ ਬਿਗਾਨਾ, ਸਕਲ ਸੰਗ ਹਮ ਕੋ ਬਨਿਆਈ। ਜਿਹੜੇ ਸਾਰਿਆਂ ਨਾਲ ਪਿਆਰ ਕਰਦੇ, ਹਿਰਦਾ ਪ੍ਰੇਮ ਨਾਲ ਜਿਨ੍ਹਾਂ ਦਾ ਭਰਿਆ ਹੈ। ਇਸ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਪ੍ਰੇਮ ਸਹਿਤ ਸਾਰੇ ਬਚਨ ਕੀਤੇ ਹਨ। ਅਹੰ ਬ੍ਰਹਮ ਇਹ ਬਿਰਤ ਉਰ ਧਰਨੀ। ਨਾਲੇ ਫਿਰ ਸ਼੍ਰੀ ਹਰਗੋਬਿੰਦ ਜੀ ਨੂੰ ਉਪਦੇਸ਼ ਦਿੰਦਿਆਂ ਸਾਨੂੰ ਸਾਰਿਆਂ ਨੂੰ ਬੜੇ ਪਿਆਰ ਨਾਲ ਸਮਝਾਉਂਦੇ ਨੇ। ਸਮਝਾਉਣਾ ਉਪਦੇਸ਼ ਉਹਨਾਂ ਨੂੰ ਤੇ ਜੀਵਨ ਕਲਾ ਸਾਨੂੰ ਨਾਲ ਨਾਲ ਸਮਝਾਉਂਦੇ ਨੇ, ਬਹਾਨਾ ਬਣਾ ਕਰਕੇ ਕਿ ਇਹ ਪਰਮੇਸ਼ਰ ਜਿਹੜਾ ਅਕਾਲ ਪੁਰਖ ਹੈ, ਹਮੇਸ਼ਾ ਸੁਰਤ ਉਸ ਪਰਮੇਸ਼ਰ ਅਕਾਲ ਪੁਰਖ ਦੇ ਵਿੱਚ ਸੁਰਤ ਟਿਕਾ ਕੇ ਰੱਖਣੀ ਹੈ। ਲਹਿਰ ਕਿਰਿਆ ਭਗਤਨ ਕੀ ਕਰਨੀ। ਜਿੱਥੇ ਆਪਣੇ ਨਿਜ ਸਰੂਪ ਪਰਮਾਤਮਾ ਦੇ ਵਿੱਚ ਸੁਰਤ ਟਿਕਾ ਕੇ ਰੱਖਣੀ ਹੈ, ਬਾਹਰਲੇ ਪਾਸੇ ਆਪਣਾ ਆਪਾ ਨਹੀਂ ਜਨਾਉਣਾ, ਬਾਹਰੋਂ ਸੰਸਾਰੀ ਰੂਪ ਦੇ ਵਿੱਚ ਭਗਤਾਂ ਵਰਗੀ ਕਿਰਿਆ ਵਿਹਾਰ ਬਣਾ ਕੇ ਰੱਖਣੀ ਹੈ। ਇਹ ਉਪਦੇਸ਼ ਆਦ ਗੁਰ ਘਰ ਕੋ। ਭਾਵ ਬਾਹਰ ਆਪਣਾ ਆਪ ਰੂਪ ਨਹੀਂ ਜਨਾਉਣਾ, ਭਾਵ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਨਾ ਕਿ ਅਸੀਂ ਕੌਣ, ਕਿਸ ਰੂਪ ਵਿੱਚ, ਕਿਉਂਕਿ ਗੁਰੂ ਤੇ ਪਰਮੇਸ਼ਰ ਇੱਕੋ ਸਰੂਪ ਹੈ। ਉਹ ਜੋਤ ਅੰਦਰ ਪ੍ਰਗਟ ਹੋਈ ਹੈ ਨਿਰੰਕਾਰ ਵਾਲੀ।
ਆਪਣੇ ਨਿੱਜ ਸਰੂਪ ਦਾ ਧਿਆਨ ਧਰਨ ਵਾਸਤੇ ਕਹਿ ਰਹੇ ਨੇ। ਪਰ ਕਹਿੰਦੇ ਬਾਹਰੋਂ ਭਗਤਾਂ ਵਰਗਾ ਸਰੂਪ ਬਾਹਰੀ ਜਿਹੜੀ ਬਿਰਤੀ ਬਣਾ ਕੇ ਰੱਖਣੀ, ਆਪਣਾ ਆਪਾ ਨਹੀਂ ਜਣਾਉਣਾ, ਕਿਉਂਕਿ ਇਹ ਜਿਹੜਾ ਉਪਦੇਸ਼ ਹੈ ਆਦਿ ਗੁਰੂ ਨਾਨਕ ਸਾਹਿਬ ਦੇ ਘਰ ਦਾ ਹੈ। ਲਿਹੋ ਆਪ ਨਿਤ ਸ਼ਰਧਾ ਧਰ ਕੋ। ਇਹ ਉਪਦੇਸ਼ ਸ਼ਰਧਾ ਧਾਰਨ ਕਰਕੇ ਗੁਰੂ ਨਾਨਕ ਦੇ ਉਪਦੇਸ਼ ਦੇ ਧਾਰਨੀ ਹੋ ਕੇ ਰਹਿਣਾ। ਸ੍ਰੀ ਨਾਨਕ ਕੋ ਆਛਾ ਮਹਾ। ਜਿਹੜਾ ਗੁਰੂ ਨਾਨਕ ਸਾਹਿਬ ਦਾ ਮਹਾਨ ਆਸ਼ਾ ਹੈ, ਜੋ ਗੁਰੂ ਨਾਨਕ ਸਾਹਿਬ ਜਗਤ ਵਿੱਚ ਸਿੱਖੀ ਨੂੰ ਪ੍ਰਗਟ ਕਰਕੇ ਨਿਰੰਕਾਰ ਦੇ ਘਰ ਵਿੱਚ ਅਭੇਦ ਕਰਨਾ ਦਾ ਇਹ ਜਿਹੜਾ ਪੰਥ ਗੁਰੂ ਨਾਨਕ ਸਾਹਿਬ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਇਹ ਨਿਰਾਲੀ ਰੀਤ ਜੋ ਪ੍ਰਗਟ ਕੀਤੀ ਹੈ। ਗੁਰ ਅੰਗਦ ਸੰਗ ਜੈਸੇ ਕਹਾ। ਜਿਵੇਂ ਗੁਰੂ ਨਾਨਕ ਸਾਹਿਬ ਨੇ ਰਹਿਮਤਾਂ ਕੀਤੀਆਂ, ਫਿਰ ਆਪਣੀ ਬਖਸ਼ਿਸ਼ ਜਿਵੇਂ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਬਖਸ਼ਿਸ਼ ਕਰਕੇ ਆਪਣਾ ਰੂਪ ਬਣਾਇਆ ਹੈ। ਅਜਰ ਜਰਨ ਧੀਰ ਜੋਰ ਧਰਨੀ। ਉਹਨਾਂ ਨੇ ਬਚਨ ਕਿਹਾ ਸੀ ਕਿ ਤੁਹਾਡੇ ਅੰਦਰ ਇੰਨੀਆਂ ਸਮਰੱਥਾ ਨੇ, ਜੋ ਚਾਹੋ ਹੋ ਸਕਦਾ ਹੈ, ਸਭ ਕੁਝ ਕਰਨ ਦੀ ਤਾਕਤ ਤੁਹਾਡੇ ਵਿੱਚ ਹੈ, ਪਰ ਆਪਣੇ ਅੰਦਰ ਦੀ ਸ਼ਕਤੀ ਜਿਹੜੀ ਨਾ ਜਰਨ ਵਾਲੀ ਹੈ, ਉਹਨੂੰ ਜਰਨ ਦੀ ਤਾਕਤ ਆਪਣੇ ਅੰਦਰ ਰੱਖਣੀ ਹੈ। ਭਾਵ ਅਜਰ ਨੂੰ ਜਰਨਾ ਹੈ, ਧੀਰਜ ਧਾਰਨ ਕਰਕੇ ਰੱਖਣਾ ਹੈ, ਇਸ ਤਰੀਕੇ ਦੀ ਅਵਸਥਾ ਬਣਾ ਕੇ ਰੱਖਣੀ ਹੈ। ਅਜਮਤ ਬਿਦਤ ਨਾ ਕਾਹੂ ਕਰਨੀ। ਜਿਹੜੀਆਂ ਕਰਾਮਾਤਾਂ ਤੇ ਸ਼ਕਤੀਆਂ ਨੇ ਇਹ ਕਿਸੇ ਦੇ ਸਾਹਮਣੇ ਜ਼ਾਹਰ ਨਹੀਂ ਕਰਨੀਆਂ। ਸੁੱਤੇ ਸਿੱਧੀ ਗੁਰੂ ਨਾਨਕ ਦੇ ਘਰ ਵਿੱਚ ਕਰਾਮਾਤਾਂ ਵਰਤਦੀਆਂ ਨੇ, ਪਰ ਕਿਤੇ ਵੀ ਵਿਖਾਈਆਂ ਨਹੀਂ, ਆਪਣਾ ਆਪਾ ਜਣਾਉਣ ਦਾ ਯਤਨ ਨਹੀਂ ਕੀਤਾ। ਮਾੜੀ ਜੀ ਕਿਸੇ ਨੂੰ ਵਡਿਆਈ ਮਿਲ ਜੇ ਨਾ, ਉਹ ਲੋਕੀ ਸ਼ੋਰ ਮਚਾਉਂਦੇ ਨੇ, ਮੇਰੇ ਕੋਲ ਆਹ ਵੇਖੋ ਵਡਿਆਈ ਮਿਲ ਗਈ, ਤਾਕਤ ਮਿਲ ਗਈ, ਕਿਸੇ ਕੋ ਜਰੀ ਨਹੀਂ ਜਾਂਦੀ। ਪਰ ਬੇਅੰਤ ਤਾਕਤਾਂ ਦੇ ਮਾਲਕ ਸਤਿਗੁਰੂ ਅਨੰਤ ਕਲਾ ਹੋਏ ਠਾਕੁਰ ਚੜਿਆ, ਜਿਹੜੇ ਅਨੰਤ ਕਲਾਵਾਂ ਦੇ ਮਾਲਕ ਨੇ, ਉਹ ਅਨੰਤ ਤਾਕਤਾਂ ਅਨੰਤ ਕਲਾਵਾਂ ਹੁਣ 6ਵੇਂ ਜਾਮੇ ਵਿੱਚ ਬਖਸ਼ਿਸ਼ ਕੀਤੀਆਂ ਨੇ, ਤੇ ਕਹਿਣ ਲੱਗੇ ਹੁਣ ਇਹ ਕਿਸੇ ਦੇ ਸਾਹਮਣੇ ਪ੍ਰਗਟ ਨਹੀਂ ਕਰਨੀਆਂ ਹਨ। ਰਾਮਚੰਦ ਸ਼੍ਰੀ ਕ੍ਰਿਸ਼ਨ ਮਹਾਨੇ। ਜਿਸ ਤਰੀਕੇ ਨਾਲ ਸ਼੍ਰੀ ਰਾਮ ਜੀ ਤੇ ਸ਼੍ਰੀ ਕ੍ਰਿਸ਼ਨ ਜੀ ਮਹਾਨ ਪੁਰਖ ਹੋਏ ਹਨ, ਬਲ ਕਰ ਰਣ ਆਦਿਕ ਵਿਦ ਠਾਨੇ। ਉਹਨਾਂ ਨੇ ਵੀ ਬਲ ਕਰਕੇ ਤਾਕਤ ਕਰਕੇ ਮਹਾਨ ਜੰਗ ਮਹਾਨ ਯੁੱਧ ਕੀਤੇ ਨੇ। ਕਿਉਂਕਿ ਕਈ ਵਾਰ ਕਈ ਵੀਰ ਭੈਣ ਸ਼ਸਤਰ ਧਾਰਨ ਕਰਕੇ ਕਿੰਤੂ ਕਰਦੇ ਆ। ਇਸੇ ਕਰਕੇ ਜਿਵੇਂ 10ਵੇਂ ਪਾਤਸ਼ਾਹ ਬਾਰੇ ਕਿਸੇ ਨੇ ਕਿੰਤੂ ਕੀਤਾ ਸੀਗਾ, ਤੇ ਸਿੱਖ ਕੌਮ ਦੇ ਮਹਾਨ ਗਿਆਨੀਆਂ ਨੇ ਉਹਨਾਂ ਨੂੰ ਸਮਝਾਇਆ ਸੀ ਕਿ ਜਿਵੇਂ ਇਸ ਦੇਸ਼ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਪੂਜਦੇ ਕਿ ਉਹਨਾਂ ਸ਼ਸਤਰ ਨਹੀਂ ਸੀ ਧਾਰਨ ਕੀਤੇ, ਕਿ ਸ਼੍ਰੀ ਰਾਮ ਜੀ ਨੇ ਸ਼ਸਤਰ ਨਹੀਂ ਧਾਰਨ ਕੀਤਾ, ਕਿ ਸ਼੍ਰੀ ਕ੍ਰਿਸ਼ਨ ਜੀ ਨੇ ਸ਼ਸਤਰ ਨਹੀਂ ਧਾਰਨ ਕੀਤਾ, ਕਿ ਉਹਨਾਂ ਨੇ ਸ਼ਸਤਰ ਆਖਰ ਕਿਉਂ ਧਾਰਨ ਕੀਤੇ। ਬੜੇ ਪਿਆਰ ਨਾਲ ਸਾਹਿਬ ਸਮਝਾਉਂਦੇ ਹੈ ਕਿ ਉਹਨਾਂ ਨੇ ਵੀ ਜਿਵੇਂ ਸ਼੍ਰੀ ਰਾਮ ਜੀ ਸ਼੍ਰੀ ਕ੍ਰਿਸ਼ਨ ਜੀ ਨੇ ਸ਼ਸਤਰ ਧਾਰਨ ਕੀਤੇ, ਬਲ ਕਰਕੇ ਬਹੁਤ ਸਾਰੇ ਜੰਗਾਂ ਯੁੱਧਾਂ ਦੇ ਵਿੱਚ ਉਹਨਾਂ ਨੇ ਵੀ ਹਿੱਸਾ ਲਿਆ ਸੀ। ਨਹੀਂ ਸ਼ਕਤ ਕਰ ਕਹੂੰ ਦਿਖਾਈ। ਪਰ ਆਪਣੀ ਕਰਾਮਾਤ ਤਾਕਤ ਨਹੀਂ ਸੀ ਕਿਤੇ ਦਿਖਾਉਣੀ ਕੀਤੀ। ਸਹੀ ਸਰਬ ਹੀ ਜਿਮ ਬਣ ਆਈ। ਜਿਸ ਤਰੀਕੇ ਨਾਲ ਯੋਗ ਬਣ ਆਈ ਜੰਗਾਂ ਯੁੱਧਾਂ ਵਿੱਚ ਕੀਤੀ ਹੈ। ਤੁਸਾਂ ਜੰਗਾਂ ਯੁੱਧਾਂ ਦੇ ਵਿੱਚ ਇਸੇ ਤਰ੍ਹਾਂ ਜੰਗ ਕਰਨੇ ਨੇ, ਧਰਮ ਦੀ ਖਾਤਰ, ਸੱਚ ਦੀ ਖਾਤਰ, ਹੱਕ ਦੀ ਖਾਤਰ, ਤੇ ਜਿਵੇਂ ਯੋਗ ਵਿਧੀ ਉਹ ਸਾਰੀ ਕਰਨੀ ਹੈ। ਇਸੇ ਪ੍ਰਕਾਰ ਆਪ ਮਤ ਧਰੋ। ਇਹ ਮਤ ਆਪ ਜੀ ਨੇ ਧਾਰਨ ਕਰਨੀ ਹੈ। ਜੰਗ ਕਰਨਾ ਹੈ ਧਰਮ ਦੀ ਖਾਤਰ, ਕਿਸੇ ਇਸਤਰੀ ਨੂੰ ਬਚਾਉਣਾ, ਕਿਸੇ ਗਰੀਬ ਨੂੰ ਬਚਾਉਣਾ, ਜ਼ੁਲਮ ਦਾ ਨਾਸ਼ ਕਰਨ ਵਾਸਤੇ, ਤੇ ਇਸ ਸੰਸਾਰ ਦੇ ਅੰਦਰ ਧਰਮ ਦੀ ਸਥਾਪਨਾ ਵਾਸਤੇ ਜਿੱਦਾਂ ਜੰਗ ਕਰਨਾ ਪਵੇ ਉਦੋਂ ਕਰਨਾ ਹੈ। ਨਹੀਂ ਬਿਦਤ ਅਜਮਤ ਕਿਤ ਕਰੋ। ਪਰ ਕਿਤੇ ਵੀ ਆਪਣੀ ਵਡਿਆਈ ਵਾਸਤੇ ਕਿਤੇ ਕਰਾਮਾਤ ਨਹੀਂ ਦਿਖਾਉਣੀ ਹੈ। ਪੁਰਸ਼ੋਤਮ ਜੇ ਕਰ ਦਿਖਰਾਈ। ਜਿਵੇਂ ਵੱਡੇ ਪੁਰਖਾਂ ਨੇ, ਮਹਾਨ ਪੁਰਖਾਂ ਨੇ ਜਗਤ ਦੇ ਵਿੱਚ ਕਾਰਜ ਕਰਕੇ ਦਿਖਾਉਣਾ ਕੀਤਾ ਹੈ। ਹਿਤ ਮਰਜ਼ਾਦ ਕੈ ਜਨਨ ਸਹਾਈ। ਜਿਸ ਤਰੀਕੇ ਦੇ ਨਾਲ ਔਰਤਾਂ ਦੀ ਰੱਖਿਆ ਵਾਸਤੇ, ਗਰੀਬ ਦੀ ਰੱਖਿਆ ਵਾਸਤੇ ਉਹ ਮਹਾਨ ਪੁਰਖ ਜੰਗ ਦੇ ਮੈਦਾਨ ਦੇ ਵਿੱਚ ਸ਼ਸਤਰ ਧਾਰਨ ਕਰਕੇ ਸਹਾਈ ਬਣੇ ਐ, ਇਸੇ ਤਰੀਕੇ ਨਾਲ ਗਰੀਬ ਵਾਸਤੇ, ਔਰਤ ਵਾਸਤੇ, ਬਜ਼ੁਰਗ ਵਾਸਤੇ, ਉਹਨਾਂ ਦੀ ਰਾਖੀ ਵਾਸਤੇ ਅਤੇ ਜ਼ੁਲਮ ਦੇ ਨਾਸ਼ ਵਾਸਤੇ ਤੁਸਾਂ ਸਹਾਇਕ ਬਣਨਾ ਹੈ। ਬਿਨਾ ਕਰੇ ਬਿਗੜੈ ਜਹ ਬਾਤ। ਅਸਲ ਦੇ ਵਿੱਚ ਸ਼ਸਤਰ ਧਾਰਨ ਕਰਕੇ ਜੰਗ ਉਦੋਂ ਕਰਨਾ, ਸ਼ਸਤਰ ਤਾਂ ਧਾਰਨ ਕਰਨਾ, ਪਰ ਜੰਗ ਉਦੋਂ ਕਰਨਾ ਜਦੋਂ ਬਿਨਾਂ ਜੰਗ ਕੀਤਿਆਂ ਗੱਲ ਨਾ ਬਣਦੀ ਹੋਵੇ। ਗੱਲ ਉਹੀ ਜਿਹੜੇ ਜਿੱਥੇ ਪਿਆਰ ਦੇ ਨਾਲ ਗੱਲ ਨਾ ਬਣੇ, ਜਿੱਥੇ ਨਿਮਰਤਾ ਨੂੰ ਅਗਲਾ ਕਾਇਰਤਾ ਸਮਝੇ, ਸ਼ਹਾਦਤ ਦਿੱਤਿਆਂ ਵੀ ਅਗਰ ਕੋਈ ਅਗਲ ਜ਼ੁਲਮ ਤੋਂ ਬਾਜ ਨਾ ਆਵੇ, ਤੇ ਫਿਰ ਉੱਥੇ ਫਿਰ ਤਾਕਤ ਦੀ ਵਰਤੋਂ ਤੇ ਕਰਨੀ ਪੈਂਦੀ ਹੈ। ਜਿੱਥੇ ਗੱਲ ਬਿਨਾਂ ਕੀਤਿਆਂ ਬਣੇ ਨਾ, ਕਿਤੇ ਗੱਲ ਵਿਗੜਦੀ ਸਵਰੇ ਨਾ। ਮਹਾ ਕਰਤ ਹੈ ਨਿਤ ਚਿਤ ਸ਼ਾਂਤ। ਜਿੱਥੇ ਜਾ ਕੇ ਫਿਰ ਉੱਥੇ ਤਾਕਤ ਦੀ ਵਰਤੋਂ ਕਰਨੀ ਹੈ, ਪਰ ਆਪਣੇ ਚਿੱਤ ਦੇ ਅੰਦਰ ਸ਼ਾਂਤੀ ਰੱਖਣੀ ਹੈ। ਇਹ ਨਹੀਂ ਕਿ ਜੰਗ ਦੇ ਮੈਦਾਨ ਦੇ ਵਿੱਚ ਹੁਣ ਉਹ ਗੁੱਸਾ ਕਿਤੇ ਨਜ਼ਰ ਆਵੇ,
ਤੇ ਜਦੋਂ ਤੁਸੀਂ ਇਤਿਹਾਸ ਸਰਵਣ ਕਰੋਗੇ, ਜੰਗ ਦੇ ਮੈਦਾਨ ਵਿੱਚ ਵੀ ਛੇਵੇਂ ਪਾਤਸ਼ਾਹ ਇਵੇਂ ਵਾਰ ਕਰਦੇ ਨੇ। ਤੇ ਜਿਵੇਂ ਕੋਈ ਉਸਤਾਦ ਆਪਣੇ ਚੇਲੇ ਨੂੰ ਸਿਖਾਉਂਦਾ ਹੋਵੇ ਨਾ, ਵਾਰ ਇੰਜ ਨਹੀਂ ਇੰਜ ਕਰੀਦਾ ਹੈ। ਕਿਤੇ ਵੀ ਉਹਨਾਂ ਨੂੰ ਗੁੱਸੇ 'ਚ ਨਹੀਂ ਕਿਸੇ ਨੇ ਵੇਖਿਆ, ਹਮੇਸ਼ਾ ਚਿੱਤ ਕਰਕੇ ਸ਼ਾਂਤ ਸਰੂਪ ਹੀ ਨਜ਼ਰ ਆਏ ਨੇ, ਜੋ ਪੰਜਵੇਂ ਪਾਤਸ਼ਾਹ ਨੇ ਪਿਆਰ ਨਾਲ ਸਿੱਖਿਆਵਾਂ ਦਿੱਤੀਆਂ ਸਨ। ਜਾਮ ਜਾਮਨੀ ਕਰਹੁ ਇਸ਼ਨਾਨ। ਜਿੱਥੇ ਸ਼ਸਤਰਧਾਰੀ ਹੋਣ ਦੀ ਗੱਲ ਕੀਤੀ ਹੈ, ਤਾਕਤ ਦੀ ਗੱਲ ਕੀਤੀ ਹੈ, ਉੱਥੇ ਇੱਕ ਗੱਲ ਇਹ ਵੀ ਕੀਤੀ ਹੈ, ਜਿਹੜਾ ਸਿੱਖ ਦਾ ਸਭ ਤੋਂ ਵੱਡਾ ਮੁੱਢਲਾ ਫਰਜ਼ ਬਣਦਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰਨਾਮ ਧਿਆਵੇ ਦਾ ਉਪਦੇਸ਼ ਵੀ ਦੇ ਰਹੇ ਨੇ ਕਿ ਜਦੋਂ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਨਾ ਹੈ। ਸੁਣੋ ਕੀਰਤਨ ਪ੍ਰਭ ਸਿੰਦਰ ਬਾਣ। ਉਹ ਪਰਮੇਸ਼ਰ ਦੀਆਂ ਸਿਫਤਾਂ, ਉਹਦਾ ਕੀਰਤਨ ਸੁਣਨਾ ਹੈ, ਜਿਹੜਾ ਨਿਰਵਾਣ ਮੁਕਤ ਕਰਨ ਵਾਲਾ ਹੈ, ਹਰ ਬੰਧਨ ਤੋਂ, ਲੋਕ ਦੇ ਵੀ ਤੇ ਪਰਲੋਕ ਦੇ ਬੰਧਨਾਂ ਤੋਂ ਮੁਕਤ ਕਰਨ ਵਾਲਾ ਜਿਹੜਾ ਕੀਰਤਨ, ਉਹ ਪਿਆਰ ਨਾਲ ਸਰਵਣ ਕਰਨਾ। ਜਗਤ ਅਨਿਤ ਆਤਮਾ ਸਾਚੂ। ਇਹ ਸੰਸਾਰ ਤੇ ਅਨਿਤ ਹੈ, ਭਾਵ ਸਦਾ ਰਹਿਣ ਵਾਲਾ ਨਹੀਂ, ਇਹਨੇ ਬਿਨਸ ਜਾਣਾ ਹੈ। ਇੱਕ ਆਤਮ ਦਾ ਅਸਲ ਸਰੂਪ ਪਰਮਾਤਮਾ ਹੀ ਸਦਾ ਥਿਰ ਰਹਿਣ ਵਾਲਾ ਹੈ। ਇਮਲਕ ਸਤ ਸੰਗਤ ਚਿਤ ਸਰਾਚੂ। ਇਸ ਤਰੀਕੇ ਦੀ ਅਵਸਥਾ ਜਾਣ ਕੇ ਸੰਗਤ ਦੇ ਨਾਲ ਸਾਰਿਆਂ ਨਾਲ ਪਿਆਰ ਪਾਉਣਾ ਹੈ। ਪਾਏ ਪੁੱਤਰ ਕੋ ਗੁਰੂ ਬਹਾਨਾ। ਇਸ ਤਰ੍ਹਾਂ ਪੁੱਤਰ ਤੇ ਕੇਵਲ ਬਹਾਨਾ ਸੀ। ਸਾਧ ਸੰਗਤ ਪੁੱਤਰ ਨੂੰ ਬਹਾਨਾ ਬਣਾ ਕਰਕੇ ਆਪਣੇ ਪੁੱਤਰ ਨੂੰ ਉਪਦੇਸ਼ ਦੇਣ ਦੀ ਵਿਧ ਰਚ ਕੇ ਸੰਗਤ ਕੋ ਉਪਦੇਸ਼ ਬਖਾਨਾ। ਸਾਰੀ ਸੰਗਤ ਨੂੰ ਸਤਿਗੁਰੂ ਪਾਤਸ਼ਾਹ ਨੇ ਇਹ ਉਪਦੇਸ਼ ਬਖਸ਼ਿਆ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਾਣੇ। ਗੁਰੂ ਹਰਗੋਬਿੰਦ ਸਾਹਿਬ ਤੇ ਸਮਰੱਥ ਨੇ, ਉਹਨਾਂ ਨੂੰ ਸਿੱਖਿਆ ਦੇਣ ਦੀ ਕੀ ਲੋੜ, ਪਰ ਨਹੀਂ, ਇਹ ਉਹਨਾਂ ਦੇ ਰਾਹੀਂ ਸਿੱਖਿਆ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਅਸੀਂ ਵੀ ਅੰਮ੍ਰਿਤ ਵੇਲਾ ਸਾਂਭਣਾ ਹੈ, ਨਿਤਨੇਮੀ ਹੋਣਾ ਹੈ, ਸੰਗਤ ਨਾਲ ਪਿਆਰ ਕਰਨਾ ਹੈ, ਇਹ ਨੇਮ ਪ੍ਰੇਮ ਨਿਭਾ ਕੇ ਰੱਖਣਾ ਹੈ, ਸੰਤ ਤੇ ਸਿਪਾਹੀ ਦਾ ਸਰੂਪ ਇਵੇਂ ਧਾਰਨ ਕਰਨਾ ਹੈ। ਸ੍ਰੀ ਹਰਗੋਬਿੰਦ ਸੁਨ ਕਰ ਧੀਰ। ਧੰਨ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ। ਇੱਕ ਵਾਰ ਸਾਰੇ ਪਿਆਰ ਨਾਲ ਆਖੋ, ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਾਰੇ ਬਚਨ ਪਿਆਰ ਨਾਲ ਸੁਣਦੇ ਨੇ, ਹਿਰਦੇ ਵਿੱਚ ਧੀਰਜ ਧਾਰਨ ਕਰਕੇ ਬਚਨ ਸੁਣ ਕੇ। ਕਮਲ ਬਲੋਚਨ ਮੋਚਿਓ ਨੀਨ ਨੀਰ। ਕਮਲ ਵਰਗੇ ਉਹਨਾਂ ਦੇ ਮੁਖੜੇ ਤੇ ਜਿਹੜੇ ਸੁੰਦਰ ਨੇਤਰ ਨੇ, ਇਹ ਬੈਰਾਗ ਨਾਲ ਸੇਜਲ ਹੋ ਗਏ ਹਨ। ਕਾਰਨ ਕਰਨ ਆਪ ਤੁਮ ਸਾਰੇ। ਹੱਥ ਜੋੜ ਕੇ ਬੇਨਤੀ ਕਰਦੇ ਨੇ, ਕਿਉਂਕਿ ਇੱਕ ਪਾਸੇ ਪੁੱਤਰ ਨੇ, ਨਾਲੇ ਗੁਰਬਤ ਗੱਦੀ ਤੇ ਬਿਰਾਜਮਾਨ। ਸਾਰੀ ਅਵਸਥਾ ਵੇਖ ਕੇ ਕਹਿੰਦੇ, ਸਤਿਗੁਰੂ ਕਰਨ ਕਰਾਵਣ ਹਾਰ, ਤੁਸੀਂ ਆਪ ਹੀ ਸਾਰਾ ਕੁਝ ਕਰਨ ਵਾਲੇ ਹੋ। ਅਸਮੰਜਸ ਹਮ ਸਮੁਖ ਉਚਾਰੇ। ਅਸੀਂ ਤੇ ਤੁਹਾਡੇ ਸਨਮੁਖ ਉਚਿਤ ਅਨੁਚਿਤ ਕੀ ਅਸੀਂ ਤੁਹਾਡੇ ਸਾਹਮਣੇ ਬੋਲ ਕੇ ਦੱਸ ਸਕਦੇ ਹਾਂ। ਸਤਿਗੁਰੂ ਪਾਤਸ਼ਾਹ ਤੁਸੀਂ ਸਭ ਕੁਝ ਕਰਨ ਵਾਲੇ ਹੋ। ਇਮ ਕਹਿ ਨਮਰ ਗਰੀਵ ਕਰ ਥਿਰੇ। ਕਿਉਂਕਿ ਜਾਣਦੇ ਸਨ ਉਹ ਜੋਤ ਵੀ ਅੰਦਰ ਆ ਕੇ ਪਸਰ ਚੁੱਕੀ ਹੈ, ਇਸ ਕਰਕੇ ਬਹੁਤੇ ਸਵਾਲ ਕਿਵੇਂ ਪੈਦਾ ਹੋ ਸਕਣ। ਉਹੀ ਅਵਸਥਾ ਹੁਣ ਬਣ ਗਈ ਹੈ ਜੋ ਗੁਰੂ ਅਰਜਨ ਸਾਹਿਬ ਦੀ, ਉਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ। ਤੇ ਉੱਥੇ ਹੱਥ ਜੋੜ ਕੇ ਨਾ ਨਿਵੇਂ ਹੋ ਕਰਕੇ ਆਪਣੀ ਗਰਦਨ ਸਿਰ ਝੁਕਾ ਕੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਧੀਰ ਸਰਬੱਗ ਜਾਣ ਚੁੱਪ ਕਰੇ। ਸਾਰੀ ਕਲਾ ਦੇ ਗਿਆਤਾ ਗੁਰੂ ਅਰਜਨ ਸਾਹਿਬ, ਤੇ ਹੁਣ ਉਹਨਾਂ ਦਾ ਰੂਪ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਹਿਰਦੇ ਵਿੱਚ ਧੀਰਜ ਧਾਰਨ ਕਰਕੇ ਚੁੱਪ ਧਾਰਨ ਕਰਦੇ ਨੇ, ਮੌਨ ਧਾਰਨ ਕਰ ਲੈਂਦੇ ਆ। ਇਸ ਤੋਂ ਬਾਅਦ ਵਿੱਚ ਇੱਧਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ ਕੇ, ਜਿਵੇਂ ਅੱਗੇ ਸਤਿਗੁਰੂ ਪਾਤਸ਼ਾਹ ਰਾਤ ਵਿਸ਼ਰਾਮ ਕਰਦੇ ਆ, ਮਾਤਾ ਗੰਗਾ ਜੀ ਦੇ ਨਾਲ ਜਾ ਕੇ ਸਾਰੀ ਗੱਲਬਾਤ ਦੱਸਦੇ ਆ, ਕਿਵੇਂ ਉਹਨਾਂ ਦਾ ਕਿੱਡਾ ਵੱਡਾ ਜਿਗਰਾ ਹੋਏਗਾ ਸਾਧ ਸੰਗਤ, ਜਦੋਂ ਆਪਣੇ ਪਤੀ ਨੂੰ ਆਪ ਜਾਣ ਕੇ ਵੀ ਸ਼ਹਾਦਤ ਵਾਸਤੇ ਤੋਰਿਆ ਹੋਏਗਾ। ਫਿਰ ਕਿਸ ਤਰ੍ਹਾਂ ਚਾਲੇ ਪਾਉਂਦੇ ਆ। ਅੱਗੇ ਜਿਵੇਂ ਲਾਹੌਰ ਨੂੰ ਜਾਣਾ ਹੈ, ਇੱਧਰ ਗੋਇੰਦਵਾਲ ਸਾਹਿਬ ਬਾਬਾ ਪ੍ਰਿਥੀਮਲ ਜੀ, ਉਹਨਾਂ ਵਾਸਤੇ ਵੀ ਸੁਨੇਹਾ ਭੇਜਿਆ। ਕੌਣ ਨੇ? ਇਹ ਸਾਰਾ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਦੇ ਵਿੱਚ ਵੀ ਅੱਗੇ ਸਰਵਣ ਕਰਾਂਗੇ। ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਪ੍ਰਸੰਗ ਜਿੱਥੇ ਆਪ ਸਰਵਣ ਕਰਨੇ, ਸੰਗਤਾਂ ਨੂੰ ਪ੍ਰੇਰਿਆ ਕਰੀਏ, ਸਾਰੇ ਰਲ ਕੇ ਆਪਾਂ ਗੁਰੂ ਕਾ ਇਤਿਹਾਸ ਸੁਣੀਏ, ਗੁਰਬਾਣੀ ਨਾਲ ਜੁੜੀਏ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ। ਸਭ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ, ਭੁੱਲ ਚੁੱਕ ਦੀ ਖਿਮਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਾਰਨ ਕਰਨ ਆਪ ਤੁਮ ਸਾਰੇ, ਅਸਮੰਜਸ ਹਮ ਸਮੁਖੇ ਉਚਾਰੇ। ਇਮ ਕਹਿ ਨਮਰ ਗਰੀਵ ਕਰ ਥਿਰੇ, ਧੀਰ ਸਰਬੱਗ ਜਾਨ ਚੁੱਪ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।